ਇੱਕ ਲੇਡੀ ਹੈ, ਉਹਦੇ ਬੜੇ ਸਾਰੇ ਸੁਪਨੇ ਹੁੰਦੇ ਨੇ, ਬਟ ਮੈਂ ਕਹਿੰਦੀ ਹਾਂ ਜੇਕਰ ਉਹ ਆਪਣੇ ਪਰਿਵਾਰ ਲਈ ਕੁਝ ਕਰ ਸਕਦੀ ਹੈ, ਆਪਣੇ ਹਸਬੈਂਡ ਲਈ ਇੰਨੀਆਂ ਸਾਰੀਆਂ ਜ਼ਿੰਮੇਵਾਰੀਆਂ ਨਿਭਾਉਂਦੀ ਹੈ, क्या वो अपने लिए कुछ नहीं कर सकती? क्या ਉਹਨੂੰ ਇੰਨਾ ਹੱਕ ਨਹੀਂ ਹੈਗਾ ਕਿ ਉਹ ਆਪਣੇ ਲਈ ਕੁਝ ਕਰੇ? ਸੋ ਹਮੇਸ਼ਾ ਆਪਣੇ ਸੁਪਨਿਆਂ ਨੂੰ ਜ਼ਰੂਰ ਪੂਰਾ ਕਰਨਾ ਚਾਹੀਦਾ ਹੈ। ਜੇਕਰ ਤੁਹਾਡੇ ਵਿੱਚ ਇੱਕ ਨਵੇਂ ਜੀਵ ਨੂੰ ਜਨਮ ਦੇਣ ਦੀ क्षमता ਹੈ ਨਾ, ਤਾਂ ਇਹਦਾ ਮਤਲਬ ਤੁਸੀਂ ਕੁਝ ਵੀ ਕਰ ਸਕਦੇ ਹੋ। ਹਾਰ ਨਹੀਂ ਮੰਨੋ ਬਸ। ਬੜੇ ਸਾਰੇ ਮੋੜ ਐਸੇ ਆਉਂਦੇ ਆ ਜਦੋਂ ਮੈਂ ਵੀ ਕਹਿੰਦੀ ਸੀ ਮੈਂ ਹਾਰ ਨਹੀਂ, ਬਸ ਮਰ ਜਾਵਾਂ, ਕੁਝ ਹੋਰ ਨਹੀਂ, ਜਾਂ ਸੁਸਾਈਡ ਹੀ ਕਰ ਲਵਾਂ, ਬਸ ਮਰ ਜਾਵਾਂ, ਇਸ ਤੋਂ ਇਲਾਵਾ ਕੁਝ ਨਹੀਂ ਹੈ ਲਾਈਫ। ਬਟ ਨਹੀਂ, ਸ਼ਾਇਦ ਰੱਬ ਨੇ ਮੈਨੂੰ ਇਹ ਦਿਨ ਦਿਖਾਣੇ ਸੀਗੇ, ਇਸੇ ਲਈ ਮੈਨੂੰ ਦੱਸਿਆ ਕਿ ਸੁਪਨੇ ਜਦੋਂ ਆਪਾਂ ਪੂਰੇ ਕਰਨ ਲੱਗ ਜਾਂਦੇ ਆ ਨਾ, ਤਾਂ ਲੱਗਦਾ ਹੈ ਇੱਕ ਇੱਕ ਕਰਕੇ ਕਿ ਆਪਾਂ ਇਹ ਵੀ ਕਰ ਸਕਦੇ, ਆਪਾਂ ਇਹ ਵੀ ਕਰ ਸਕਦੇ ਹਾਂ। ਪਹਿਲੇ ਬੜਾ ਮੁਸ਼ਕਿਲ ਲੱਗਦਾ ਹੈ, ਲੇਕਿਨ ਧੀਰੇ ਧੀਰੇ ਜਦੋਂ ਇੱਕ ਖੁਸ਼ੀ ਮਿਲ ਜਾਂਦੀ ਨਾ, ਤਾਂ ਜੀ ਕਰਦਾ ਕਿ ਹਾਂ ਆਪਾਂ ਅੱਗੇ ਵੀ ਵਧੀਏ। ਸਿੱਖਣ ਨੂੰ ਬਹੁਤ ਕੁਝ ਮਿਲਿਆ। ਮੈਨੂੰ ਲੱਗਿਆ ਕਿ ਮੇਰੇ 'ਚ ਕੀ ਕਮੀਆਂ ਨੇ। ਹਾਂ ਵੀ ਮੈਂ ਇੱਥੇ ਮੋਟੀ ਹਾਂ, ਮੈਂ ਫਿੱਟ ਨਹੀਂ ਹਾਂ, ਤਾਂ ਸ਼ਾਇਦ ਮੈਂ ਹਾਰੀ ਹਾਂ। ਮੇਰੇ 'ਚ ਟੈਲੈਂਟ ਹੈ, ਬਟ ਉਹਨੂੰ ਨਿਖਾਰਨਾ ਪਏਗਾ ਬਹੁਤ ਜ਼ਿਆਦਾ। ਫਿਰ ਮੈਂ ਉਸ 'ਤੇ ਪੂਰਾ 1 ਸਾਲ ਕੰਮ ਕੀਤਾ, ਔਰ 2017 'ਚ ਮੈਂ ਮਿਸਿਸ ਨਾਰਥ ਇੰਡੀਆ 'ਚ ਪਾਰਟੀਸਪੇਟ ਕੀਤਾ। ਆਪਣੇ ਆਪ ਨੂੰ ਪੂਰਾ ਯੋਗਾ ਕੀਤਾ, ਫਿਟਨੈਸ ਵੱਲ ਧਿਆਨ ਦਿੱਤਾ, ਡਾਈਟਿੰਗ ਕੀਤੀ, ਬਹੁਤ ਕੁਝ ਕਰਕੇ ਫਿਰ ਮੈਂ 2017 'ਚ ਜਦੋਂ ਪਾਰਟੀਸਪੇਟ ਕੀਤਾ ਔਰ ਉਹਨੂੰ ਵਿਨ ਕਰ ਲਿੱਤਾ, ਫਿਰ ਮੇਰੀ ਲਾਈਫ ਟੋਟਲੀ ਚੇਂਜ ਹੋ ਗਈ। ਸਤਿ ਸ਼੍ਰੀ ਅਕਾਲ ਜੀ, ਮੈਂ ਸੁਮਨ ਰੂਪਰਾਏ, ਤੁਸੀਂ ਦੇਖ ਰਹੇ ਹੋ ਪੰਜ ਦਰਿਆ ਤੇ ਪ੍ਰੋਗਰਾਮ ਹੈ ਅੰਬਰਾਂ ਦੀ ਉਡਾਰੀ। ਸੋ ਅੱਜ ਫੇਰ ਤੁਹਾਡੇ ਰੂਬਰੂ ਕਰਨ ਜਾ ਰਹੀ ਹਾਂ ਇੱਕ ਇਹੋ ਜਿਹੀ ਸ਼ਖਸੀਅਤ ਨਾਲ ਜਿਨ੍ਹਾਂ ਨੇ ਆਪਣੀ ਉਡਾਨ ਬਹੁਤ ਪਹਿਲਾਂ ਭਰੀ ਸੀ ਤੇ ਕਾਫੀ ਮੁਸ਼ਕਿਲਾਂ ਤੇ ਔਂਕੜਾਂ ਉਹਨਾਂ ਨੂੰ ਆਈਆਂ ਵੀ, ਪਰ ਉਹਨਾਂ ਨੇ ਆਪਣਾ ਕੰਮ ਕਰਨਾ ਛੱਡਿਆ ਨਹੀਂ। ਸੋ ਅੱਜ ਮੈਂ ਤੁਹਾਨੂੰ ਮਿਲਵਾਉਣ ਜਾ ਰਹੀ ਹਾਂ ਜੋਤੀ ਅਰੋੜਾ ਜੀ ਨਾਲ, ਜੋ ਕਿ ਇੱਕ ਐਕਟਰ ਵੀ ਆ, ਮਾਡਲ ਵੀ ਆ ਤੇ ਕਾਫੀ ਕੁਝ ਕਰਦੇ ਆ। ਸੋ ਮੈਂ ਚਾਹੁੰਦੀ ਹਾਂ ਕਿ ਆਪਾਂ ਉਹਨਾਂ ਨਾਲ ਮਿਲ ਕੇ ਹੀ ਉਹਨਾਂ ਬਾਰੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸੋ ਕਰਦੇ ਹਾਂ ਸਵਾਗਤ ਜੋਤੀ ਅਰੋੜਾ ਜੀ ਦਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੋਤੀ ਜੀ, ਕੀ ਹਾਲ ਚਾਲ? ਬਹੁਤ ਵਧੀਆ ਜੀ, ਤੁਸੀਂ ਸੁਣਾਓ? ਤੁਹਾਡਾ ਨਾਮ ਚਰਨਪ੍ਰੀਤ ਕੌਰ ਵੀ ਹੈਗਾ ਹਨਾ? ਬਿਲਕੁਲ ਜੀ, ਆਫੀਸ਼ੀਅਲੀ ਨੇਮ ਹੀ ਉਹੀ ਆ ਵੈਸੇ, ਹਨਾ? ਹਾਂਜੀ। ਸੋ ਸਾਰੇ ਜ਼ਿਆਦਾਤਰ ਉਹਦੇ ਨਾਲ ਜਾਣਦੇ ਕਿ ਜੋਤੀ ਅਰੋੜਾ ਨਾਲ? ਦੋਨੋਂ ਸੇਮ, ਕਿਉਂਕਿ ਹੁਣ ਤੱਕ ਮੇਰੀ ਜਿਹੜੀ ਪਹਿਚਾਣ ਸੀ ਚਰਨਪ੍ਰੀਤ ਕੌਰ ਦੇ ਨਾਮ ਨਾਲ ਹੀ ਸੀਗੀ, ਲੇਕਿਨ ਘਰ ਵਿੱਚ ਨਿਕਨੇਮ ਜੋਤੀ ਸੀਗਾ, ਸੋ ਫੈਮਿਲੀ ਵਾਲੇ ਜੋਤੀ ਵੀ ਬੋਲਦੇ ਸੀਗੇ। ਜਦੋਂ ਮੈਂ ਮੂਵੀਜ਼ ਵਿੱਚ ਆਈ ਤਾਂ ਫਿਰ ਮੈਨੂੰ ਲੱਗਿਆ ਚਰਨਪ੍ਰੀਤ ਥੋੜਾ ਵੱਡਾ ਨਾ ਹੋ ਜਾਏ, ਛੋਟਾ ਰੱਖ ਲੈਂਦੇ ਆ, ਫਿਰ ਮੈਂ ਜੋਤੀ ਨੂੰ ਹੀ ਰੈਫਰ ਕੀਤਾ ਕਿ ਜੋਤੀ ਲਿਖੋ ਵੀ ਹਰ ਜਗ੍ਹਾ। ਜੋਤੀ ਜੀ, ਤੁਸੀਂ ਕਾਫੀ ਅਵਾਰਡਸ ਵਿਨ ਕੀਤੇ, ਕਾਫੀ ਜੱਜ ਵੀ ਰਹੇ ਆ ਕਈ ਸ਼ੋਜ਼ ਤੇ ਤੁਸੀਂ ਦੂਰਦਰਸ਼ਨ ਤੇ ਵੀ ਕੰਮ ਕੀਤਾ, ਤੁਸੀਂ ਮਾਡਲਿੰਗ ਵੀ ਕੀਤੀ, ਤੁਸੀਂ ਹੁਣ ਫਿਲਮਾਂ ਵੀ ਕਰ ਰਹੇ ਹੋ, ਹਨਾ? ਸੋ ਆਪਾਂ ਸਟਾਰਟ ਕਰਦੇ ਹਾਂ ਸਟਾਰਟਿੰਗ ਤੋਂ ਕਿ ਸ਼ੁਰੂਆਤ ਕਿੱਦਾਂ ਹੋਈ ਸੀ ਸਾਰੀ, ਹਨਾ? ਕਿ ਕਿੱਥੋਂ ਦੀ ਤੁਸੀਂ ਆਪਣੀ ਉਡਾਨ ਭਰਨੀ ਸ਼ੁਰੂ ਕੀਤੀ ਸੀ, ਕੀ ਔਕੜਾਂ ਆਈਆਂ ਤੁਹਾਨੂੰ, ਹਨਾ, ਇੰਨੇ ਰਸਤੇ ਦੇ ਵਿੱਚ? ਉਡਾਨ ਤਾਂ ਦੇਖੋ ਬਚਪਨ ਤੋਂ ਹੀ ਮੈਂ ਸ਼ੁਰੂ ਕਰਾਂਗੀ। ਬਚਪਨ ਤੋਂ ਹੀ ਮੈਨੂੰ ਪੜ੍ਹਾਈ ਦਾ, ਖੇਲਣ ਕੁੱਦਣ ਦਾ ਔਰ ਐਕਟੀਵਿਟੀਜ਼ ਵਿੱਚ ਪਾਰਟ ਲੈਣ ਦਾ ਬਹੁਤ ਸ਼ੌਂਕ ਹੁੰਦਾ ਸੀਗਾ, ਤੇ ਹਰ ਇੱਕ ਜਗ੍ਹਾ ਤੇ ਮੈਂ ਪਾਰਟੀਸਪੇਟ ਜ਼ਰੂਰ ਕਰਦੀ ਸੀ, ਚਾਹੇ ਜਿੱਤਾ ਹਾਰਾ ਉਹ ਮਾਇਨੇ ਨਹੀਂ ਰੱਖਦਾ ਸੀ, ਬਟ ਮੈਂ ਪਾਰਟੀਸਪੇਟ ਜ਼ਰੂਰ ਕਰਦੀ ਸੀ ਹਰ ਚੀਜ਼ ਵਿੱਚ, ਤੇ ਬੜਾ ਅੱਛਾ ਚੱਲਦੀ ਸੀ ਲਾਈਫ। ਲੇਕਿਨ ਮੇਰੇ ਪਾਪਾ ਠੀਕ ਨਹੀਂ ਰਹਿੰਦੇ ਸੀਗੇ, ਉਹਨਾਂ ਨੂੰ ਪ੍ਰੋਬਲਮ ਸੀਗੀ ਸਕਿਨ ਦੀ ਕੋਈ ਰਿਲੇਟਿਡ, ਤੇ ਉਹ ਬਿਮਾਰ ਰਹਿੰਦੇ ਸੀ ਬਹੁਤ ਜ਼ਿਆਦਾ ਹੀ। ਇਸ ਕਾਰਨ ਮੇਰੀ ਜਿਹੜੀ ਮੈਰਿਜ ਹੈ ਉਹ ਅਰਲੀ ਏਜ ਵਿੱਚ ਹੋ ਗਈ। ਆਈ ਵਾਜ਼ ਓਨਲੀ 18 years ਜਦ ਮੇਰੀ ਮੈਰਿਜ ਹੋ ਗਈ। ਸੋ ਉਸ ਤੋਂ ਬਾਅਦ ਮੈਨੂੰ ਲੱਗਿਆ ਸੀਗਾ ਕਿ ਮੇਰੀ ਲਾਈਫ ਬਿਲਕੁਲ ਸਟਾਪ ਹੋ ਚੁੱਕੀ ਹੈ, ਕੁਝ ਵੀ ਲਾਈਫ 'ਚ ਨਹੀਂ ਬਚਿਆ, ਕਿਉਂਕਿ ਮੈਂ ਨਾ ਕਰਨਾ ਵੀ ਸਹੀ ਨਹੀਂ ਸਮਝਿਆ, ਕਿ ਮੈਨੂੰ ਲੱਗਦਾ ਸੀਗਾ ਕਿ ਮੇਰੀ ਇੱਕ ਜ਼ਿੰਮੇਵਾਰੀ ਹੈ, ਮੈਂ ਜੋ ਮੇਰੇ ਪੇਰੈਂਟਸ ਕਹਿੰਦੇ ਮੈਂ ਉਹੀ ਕਰਾਂ। ਅੱਜ ਤੱਕ ਮੈਂ ਕਦੀ, ਮਤਲਬ ਉਹਨਾਂ ਨੇ ਮੇਰੀ ਬਿਨਾਂ ਮੂੰਹ ਤੋਂ ਨਿਕਲੇ ਚੀਜ਼ ਪੂਰੀ ਕੀਤੀ ਸੀ, ਤਾਂ ਮੈਂ ਵੀ ਉਹਨਾਂ ਦੀ ਹਰ ਇੱਕ ਇੱਛਾ ਪੂਰੀ ਕਰਾਂ। ਫੈਮਿਲੀ ਵਿੱਚ ਮੈਂ ਸਭ ਤੋਂ ਵੱਡੀ ਸੀਗੀ, ਤਾਂ ਮੈਨੂੰ ਸੀਗਾ ਕਿ ਮੇਰੀਆਂ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਨੇ, ਚਲੋ ਮੈਂ ਇੰਨਾ ਕਰ ਸਕਦੀ ਹਾਂ। ਜੋ ਉਹਨਾਂ ਨੂੰ ਲੱਗਦਾ ਹੈ ਕਿ ਮੈਂ ਵੱਡੀ ਹਾਂ ਤੇ ਮੇਰੀ ਸ਼ਾਦੀ ਕਰਕੇ ਉਹਨਾਂ ਦਾ ਕੁਝ ਭਾਰ ਹਲਕਾ ਹੋ ਸਕਦਾ, ਤੇ ਮੈਂ ਕਿਉਂ ਨਹੀਂ ਕਰ ਸਕਦੀ। ਬਟ ਮੈਂ ਆਪਣੇ ਹਸਬੈਂਡ ਨਾਲ ਇੱਕ ਚੀਜ਼ ਜ਼ਾਹਿਰ ਕੀਤੀ ਸੀਗੀ ਕਿ ਮੈਂ ਪੜ੍ਹਨਾ ਚਾਹੁੰਦੀ ਹਾਂ, ਤਾਂ ਮੇਰੇ ਹਸਬੈਂਡ ਨੇ ਕਿਹਾ ਕਿ ਨਹੀਂ ਤੂੰ ਪੜ੍ਹ ਸਕਦੀ ਹੈ। ਬਟ ਜਦੋਂ ਮੇਰੀ ਮੈਰਿਜ ਹੋ ਗਈ ਤਾਂ ਮੈਨੂੰ ਆਪ ਨੂੰ ਲੱਗਦਾ ਸੀਗਾ ਬੜਾ ਮੁਸ਼ਕਿਲ ਹੈ ਸਭ ਕੁਝ ਮੈਨੇਜ ਕਰਨਾ, ਕਿੱਦਾਂ ਕਰ ਪਾਵਾਂਗੀ ਮੈਂ ਸਾਰਾ ਕੁਝ। ਔਰ ਸਾਰੇ ਕਹਿ ਤਾਂ ਦਿੰਦੇ ਆ ਕਿ ਪੜ੍ਹਾ ਦੇਵਾਂਗੇ, ਬਟ ਪੜ੍ਹਨਾ ਔਰ ਪੜ੍ਹਾਉਣਾ ਬੜਾ ਮੁਸ਼ਕਿਲ ਹੋ ਜਾਂਦਾ ਆਫਟਰ ਮੈਰਿਜ, ਕਿਉਂਕਿ ਹਰ ਕੋਈ ਕਹਿੰਦਾ ਕਿ ਹੁਣ ਵਿਆਹ ਹੋ ਗਿਆ, ਪੜ੍ਹ ਕੇ ਕਰਨਾ ਕੀ ਹੈ, ਜੇ ਜੌਬ ਨਹੀਂ ਕਰਨੀ ਤਾਂ ਪੜ੍ਹਨ ਦਾ ਕੋਈ ਫਾਇਦਾ ਨਹੀਂ ਹੈ। ਤੇ ਮੈਨੂੰ ਸੀਗਾ ਕਿ ਮੈਂ ਐਟਲੀਸਟ +2 ਕਰ ਲਾਂ ਕੰਪਲੀਟ ਆਪਣੀ। ਸੋ ਮੈਂ ਪਹਿਲੇ ਤਾਂ ਇਹੀ ਇੱਛਾ ਜ਼ਾਹਿਰ ਕੀਤੀ ਕਿ ਮੈਂ +2 ਕਰਨਾ ਚਾਹੁੰਦੀ ਹਾਂ, ਕਿਉਂਕਿ ਮੇਰੀ ਮੈਰਿਜ ਨਵੰਬਰ ਵਿੱਚ ਹੋ ਗਈ ਔਰ ਮਾਰਚ ਵਿੱਚ ਐਗਜ਼ਾਮ ਸੀਗੇ। ਸੋ ਸਭ ਤੋਂ ਪਹਿਲੇ ਮੇਰੀ ਇੱਛਾ ਇਹੀ ਸੀਗੀ ਕਿ ਮੈਂ +2 ਕੰਪਲੀਟ ਕਰਾਂ। ਬਟ ਮੈਂ ਆਪਣੇ ਹਸਬੈਂਡ ਨੂੰ ਕਿਹਾ ਇੱਦਾਂ ਹੀ ਕਿ ਮੈਂ +2 ਕਰਨੀ ਹੈ, ਮੇਰੇ ਪੇਰੈਂਟਸ ਨੇ ਵੀ ਕਿਹਾ, ਤੇ ਇਨ-ਲॉज ਨੇ ਕਿਹਾ ਕਿ ਠੀਕ ਹੈ ਤੂੰ ਕਰ ਸਕਦੀ ਹੈ। ਬਟ ਮੇਰਾ ਬੇਟਾ ਹੋਣ ਵਾਲਾ ਸੀਗਾ, ਪ੍ਰੈਗਨੈਂਟ ਹੋ ਗਈ
ਮੈਰਿਜ ਤੋਂ ਮਹੀਨੇ ਤੋਂ ਬਾਅਦ ਹੀ। ਤਾਂ ਉਹਦੇ ਵਿੱਚ ਹੀ ਮੈਂ ਕਿੱਦਾਂ +2 ਬਹੁਤ ਹੀ ਮੁਸ਼ਕਿਲ ਨਾਲ ਕੀਤੀ, ਕਿਉਂਕਿ ਮੇਰੀ ਮੈਰਿਜ ਹੋ ਗਈ ਨਵਾਂ ਸ਼ਹਿਰ ਵਿੱਚ ਔਰ ਮੇਰੀ ਸਕੂਲਿੰਗ ਸਾਰੀ ਲੁਧਿਆਣਾ 'ਚ ਸੀਗੀ। ਮੈਂ ਲੁਧਿਆਣੇ ਜੰਮਪਲ ਤੇ ਮੈਨੂੰ ਜਾਣਾ ਆਉਣਾ ਪੈਂਦਾ ਸੀਗਾ, ਔਰ ਕਈ ਵਾਰੀ ਏਦਾਂ ਹੁੰਦਾ ਸੀਗਾ ਪੂਰੇ ਰਸਤੇ ਮੈਂ ਉਲਟੀਆਂ ਕਰਦੇ ਜਾਣਾ, ਉੱਥੇ ਜਾ ਕੇ ਮੈਂ ਐਗਜ਼ਾਮ ਦੇਣਾ, ਫਿਰ ਵਾਪਿਸ ਆਣਾ। ਕਈ ਲੋਕਾਂ ਨੇ ਮਤਲਬ ਮੇਰੀਆਂ ਫਰੈਂਡਸ ਨੇ ਕਈ ਨੇ ਬੜਾ ਮਜ਼ਾਕ ਉਡਾਉਣਾ ਕਿ ਤੂੰ ਪ੍ਰੈਗਨੈਂਟ ਹੋ ਗਈ ਆ, ਹੁਣ ਤੈਨੂੰ ਪੇਪਰ ਦੀ ਕੀ ਲੋੜ ਹੈ, ਇਹ ਉਹ। ਮੈਂ ਰੋਣਾ ਵੀ ਬਹੁਤ ਵਾਰ ਕਿ ਬੜਾ ਮੁਸ਼ਕਿਲ ਲੱਗਦਾ ਮੈਨੂੰ ਕਿ ਸਾਰੇ ਮੇਰਾ ਮਜ਼ਾਕ ਉਡਾਉਂਦੇ ਆ। ਬਟ ਮੇਰੇ ਮਨ 'ਚ ਸੀਗਾ ਨਹੀਂ ਕਿ ਚਲੋ ਮੈਂ +2 ਤਾਂ ਕਰਨੀ ਹੈ, ਕੋਈ ਬੋਲੀ ਜਾਏ, ਕੋਈ ਪ੍ਰੋਬਲਮ ਨਹੀਂ ਮੈਨੂੰ। ਮੇਰੇ ਮਾਰਕਸ ਸਾਰੇ ਦੇਖਣਗੇ, ਕੋਈ ਬੋਲਦਾ ਬੋਲੀ ਜਾਏ, ਮੈਂ ਮੇਰੇ ਨਾਲ ਆ, ਮੇਰਾ ਬੇਬੀ ਮੇਰੇ ਨੂੰ ਸਪੋਰਟ ਕਰ ਰਿਹਾ, ਮੇਰੇ ਹਸਬੈਂਡ ਕਰ ਰਹੇ ਤਾਂ ਕੋਈ ਗੱਲ ਨਹੀਂ। ਤੇ ਮੈਂ ਕਰਨਾ ਅਪ ਡਾਊਨ। ਫਿਰ ਮੇਰੀ +2 ਬੜੀ ਅੱਛੀ ਹੋ ਗਈ, ਮੇਰੇ 80% ਮਾਰਕਸ ਆਏ ਉਹਦੇ ਵਿੱਚ। ਤਾਂ ਪੂਰੀ ਟੀਚਰਸ ਬੜੇ ਪ੍ਰਾਊਡ ਫੀਲ ਕਰਨ ਕਿ ਬੱਚੇ ਤੂੰ ਅੱਗੇ ਜ਼ਰੂਰ ਪੜ੍ਹੀ, ਤੂੰ ਪੜ੍ਹ ਸਕਦੀ ਹੈ, ਤੂੰ ਇੰਨੀ ਇੰਟੈਲੀਜੈਂਟ ਹੈ। ਫਿਰ ਮੈਂ ਸੋਚਿਆ ਕਿਉਂ ਨਾ ਮੈਂ BA ਕਰਾ ਅੱਗੇ। ਮੈਂ ਆਪਣੇ ਹਸਬੈਂਡ ਨੂੰ ਹੀ ਕਿਹਾ ਤੇ ਉਹ ਕਹਿੰਦੇ ਤੂੰ ਕਰ ਲੈ, ਬਟ ਆਪਾਂ ਪ੍ਰਾਈਵੇਟ ਕਰ ਲੈਂਦੇ ਹਾਂ ਜਿਹਦੇ ਨਾਲ ਘਰਦਿਆਂ ਨੂੰ ਵੀ ਪ੍ਰੋਬਲਮ ਨਾ ਹੋਵੇ ਕੋਈ, ਤੇ ਤੇਰੀ ਪੜ੍ਹਾਈ ਵੀ ਪੂਰੀ ਜਾਰੀ ਰਹੇ। ਮੈਂ ਫਿਰ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਤੋਂ ਪ੍ਰਾਈਵੇਟ ਹੀ ਆਪਣੀ ਸਟੱਡੀਜ਼ ਸਟਾਰਟ ਕੀਤੀਆਂ। ਪ੍ਰਾਈਵੇਟ ਫਾਰਮ ਫਿਲ ਕਰ ਦੇਣਾ ਵਿਦਆਊਟ ਐਨੀ ਟਿਊਸ਼ਨਸ, ਮੈਂ ਬੁੱਕ ਲੈ ਕੇ ਘਰ ਲੈ ਆਉਣੀ ਆ। ਔਰ ਮੈਂ ਰਾਤ ਨੂੰ ਇਸੇ ਕਰਕੇ ਪੜ੍ਹਨਾ ਕਿ ਪੂਰਾ ਦਿਨ ਮੇਰਾ ਬੱਚਾ ਸਫਰ ਨਹੀਂ ਕਰੇ, ਕਿਉਂਕਿ ਮੇਰਾ ਬੇਬੀ ਹੋ ਗਿਆ ਸੀ ਉਸ ਟਾਈਮ। 2003 ਚ ਮੇਰੀ ਮੈਰਿਜ ਹੋਈ ਔਰ 2004 ਚ ਮੇਰਾ ਬੇਟਾ ਹੋ ਗਿਆ ਸੀ। ਤੇ ਮੈਨੂੰ ਸੀਗਾ ਕਿ ਹਾਂ ਉਹ ਨਾ ਸਫਰ ਕਰੇ ਮੇਰੇ ਖਾਤਿਰ, ਕਿਤੇ ਉਹਨੂੰ ਜਾਂ ਘਰਦਿਆਂ ਨੂੰ ਇਹ ਨਾ ਲੱਗੇ ਕਿ ਇਹ ਘਰ ਦਾ ਕੋਈ ਕੰਮ ਨਹੀਂ ਕਰਦੀ ਹੈ ਤੇ ਸਿਰਫ ਇਹ ਪੜ੍ਹਦੀ ਹੈ। ਮੈਂ ਉਸ ਸਭ ਨੂੰ ਦੇਖਦੇ ਹੋਏ ਕਿ ਸਾਰਾ ਦਿਨ ਮੈਂ ਬੇਬੀ ਨੂੰ ਦੇਖਣਾ, ਘਰ ਦਾ ਕੰਮ ਕਰਨਾ, ਔਰ ਪੂਰੀ ਰਾਤ ਮੈਂ ਬਾਥਰੂਮ ਵਿੱਚ ਨੀਚੇ ਬਿਛਾ ਲੈਣੀ ਚਾਦਰ ਤੇ ਉੱਥੇ ਬੈਠ ਕੇ ਮੈਂ ਪੜ੍ਹਨਾ, ਤਾਂ ਕਿ ਮੈਂ ਆਪਣੇ ਬੇਬੀ ਦੇ ਵੀ ਨੇੜੇ ਰਵਾਂ। ਜੇ ਮੈਂ ਰੂਮ 'ਚ ਲਾਈਟ ਔਨ ਕਰਦੀ ਸੀ ਤਾਂ ਉਹ ਉੱਠ ਜਾਂਦਾ ਸੀਗਾ, ਤੇ ਜੇ ਮੈਂ ਬਾਹਰ ਜਾ ਕੇ ਕਿਤੇ ਪੜ੍ਹਦੀ ਸੀ ਤਾਂ ਮੈਨੂੰ ਉਹਦੇ ਰੋਣ ਦੀ ਆਵਾਜ਼ ਨਹੀਂ ਆਉਂਦੀ ਸੀਗੀ ਕਿ ਮੇਰਾ ਬੱਚਾ ਰੋ ਰਿਹਾ ਹੈ। ਤੇ ਮੈਂ ਚਾਹੁੰਦੀ ਸੀ ਮੈਂ ਉਹਦੇ ਨੇੜੇ ਵੀ ਰਵਾਂ ਤੇ ਉਹਨੂੰ ਡਿਸਟਰਬ ਵੀ ਨਾ ਕਰਾਂ। ਕਈ ਵਾਰੀ ਮੈਂ ਜ਼ਮੀਨ ਤੇ ਲੈਂਪ ਜਗਾਉਣਾ, ਫਿਰ ਵੀ ਇਹਨੂੰ ਪਤਾ ਲੱਗ ਜਾਣਾ ਬੱਚੇ ਨੂੰ ਲਾਈਟ ਪੈਣੀ ਤਾਂ ਉੱਠ ਜਾਣਾ ਇਹਨੇ। ਫਿਰ ਮੈਂ ਨਾਲ ਹੀ ਅਟੈਚ ਬਾਥਰੂਮ ਸੀ, ਉੱਥੇ ਜਾ ਕੇ ਪੜ੍ਹਨਾ ਕਿ ਮੈਂ ਵੀ ਇਹਦੇ ਨੇੜੇ ਰਵਾਂ ਤੇ ਮੈਂ ਪੜ੍ਹ ਵੀ ਪਾਵਾਂ। ਇਸ ਤਰ੍ਹਾਂ ਮੈਂ ਐਗਜ਼ਾਮ ਦੇਣੇ, ਕਦੀ ਮੇਰੇ ਗੜਸ਼ੰਕਰ ਐਗਜ਼ਾਮਸ ਹੋਣੇ, ਕਦੀ ਚੰਡੀਗੜ੍ਹ। ਮੈਂ ਇਹਨੂੰ ਪ੍ਰੈਮ 'ਚ ਪਾ ਕੇ ਨਾਲ ਲੈ ਕੇ ਜਾਣਾ ਆਪਣੇ। ਇਸੇ ਤਰ੍ਹਾਂ 3 ਸਾਲ ਮੈਂ BA ਕੰਪਲੀਟ ਕੀਤੀ। ਉਸ ਤੋਂ ਬਾਅਦ ਮੈਂ ਸੋਚਿਆ ਕਿ ਮੈਂ MA ਕਰਾਂ ਹੁਣ, ਕਿਉਂਕਿ ਸੁਪਨੇ ਜਦੋਂ ਆਪਾਂ ਪੂਰੇ ਕਰਨ ਲੱਗ ਜਾਂਦੇ ਆ ਨਾ ਤਾਂ ਲੱਗਦਾ ਹੈ ਇੱਕ ਇੱਕ ਕਰਕੇ ਕਿ ਆਪਾਂ ਇਹ ਵੀ ਕਰ ਸਕਦੇ ਹਾਂ, ਆਪਾਂ ਇਹ ਵੀ ਕਰ ਸਕਦੇ ਹਾਂ। ਪਹਿਲੇ ਬੜਾ ਮੁਸ਼ਕਿਲ ਲੱਗਦਾ ਹੈ, ਲੇਕਿਨ ਧੀਰੇ ਧੀਰੇ ਜਦੋਂ ਇੱਕ ਖੁਸ਼ੀ ਮਿਲ ਜਾਂਦੀ ਨਾ ਤਾਂ ਜੀ ਕਰਦਾ ਕਿ ਹਾਂ ਆਪਾਂ ਅੱਗੇ ਵੀ ਵਧੀਏ ਥੋੜਾ ਜਿਹਾ। ਵੈਸੇ ਵੀ ਮਦਰ ਬਣਨ ਤੋਂ ਬਾਅਦ ਸਾਨੂੰ ਲੇਡੀਜ਼ ਨੂੰ ਹੋਈ ਜਾਂਦਾ ਕਿ ਅਸੀਂ ਅਗਰ ਇਹ ਕੰਮ ਕਰ ਸਕਦੇ ਹਾਂ, ਬੱਚੇ ਬਿਲਕੁਲ ਅਸੀਂ ਕੁਝ ਵੀ ਕਰ ਸਕਦੇ ਹਾਂ। ਤੇ ਇਸੇ ਤਰ੍ਹਾਂ ਹੀ ਮੈਂ MA ਕੀਤੀ ਪਹਿਲੇ, ਤੇ ਨਾਲ ਹੀ ਮੇਰਾ ਦੂਸਰਾ ਬੇਬੀ ਹੋ ਗਿਆ। ਉਹਦੇ ਦੌਰਾਨ ਨੇ ਵੀ ਰੱਬ ਨੇ ਮਤਲਬ ਹਰ ਇੱਕ ਜਗ੍ਹਾ ਤੇ ਇੰਨੇ ਕੁ ਇਮਤਿਹਾਨ ਲਏ ਨਾ ਕਿ ਮਤਲਬ ਕਹਿੰਦੇ ਤਾਂ ਹੈ ਨੇ ਨਾ ਕਿ ਲੋਕ ਪਿੱਛੇ ਖਿੱਚਦੇ ਆ, ਬਟ ਬੜਾ ਹੀ ਜ਼ਿਆਦਾ ਮੁਸ਼ਕਿਲ ਟਾਈਮ ਸੀਗਾ। ਮੈਂ ਇੰਨੀ ਜ਼ਿਆਦਾ ਬਿਮਾਰ ਹੋ ਗਈ ਆਪਣੇ ਐਗਜ਼ਾਮਸ ਦੇ ਦੌਰਾਨ, ਬਹੁਤ ਜ਼ਿਆਦਾ। ਉਸ ਟਾਈਮ ਵੀ ਮੈਂ ਪ੍ਰੈਗਨੈਂਟ ਸੀਗੀ ਕਿ ਮੈਨੂੰ ਹਸਪੀਟਲ ਐਡਮਿਟ ਕਰਵਾਉਣਾ ਪਿਆ ਪ੍ਰੈਗਨੈਂਸੀ ਦੇ ਦੌਰਾਨ। ਮੇਰੇ ਮੰਮਾ ਲੁਧਿਆਣੇ ਤੋਂ ਆਏ ਹੋਏ ਸੀਗੇ, ਬਟ ਮੈਨੂੰ ਸੀਗਾ ਕਿ ਮੈਂ ਐਗਜ਼ਾਮ ਦੇਣਾ, ਕਿਸੇ ਵੀ ਤਰੀਕੇ ਮੈਨੂੰ ਛੁੱਟੀ ਦਿਲਾਓ, ਮੇਰਾ ਸਵੇਰੇ ਐਗਜ਼ਾਮ ਹੈ ਔਰ ਮੈਂ ਪੇਪਰ ਦੇਣਾ ਹੈ। ਮੈਨੂੰ ਪਤਾ ਹੈ ਅਗਰ ਮੈਂ ਹੁਣ ਨਹੀਂ ਦੇ ਪਾਈ ਤੇ ਮੈਂ ਨਹੀਂ ਦੇ ਪਾਉਂਗੀ, ਮੈਂ ਹਾਰ ਜਾਊਂਗੀ, ਤੁਸੀਂ ਮੈਨੂੰ ਜਾਣ ਦਿਓ ਬਸ। ਮੇਰੇ ਮੰਮਾ ਮੇਰੇ ਹਸਬੈਂਡ ਸਾਰੇ ਕਹਿਣ ਕਿ ਤੇਰੇ ਡ੍ਰਿਪ ਲੱਗੀ, ਤੂੰ ਕਿੱਦਾਂ ਐਗਜ਼ਾਮ ਦੇਂਗੀ। ਮੈਂ ਕਿਹਾ ਨਹੀਂ, ਤੁਸੀਂ ਇੱਕ ਵਾਰੀ ਮੈਨੂੰ ਸਕੂਲ ਲੈ ਜਾਓ, ਕਾਲਜ ਲੈ ਜਾਓ, ਮੈਂ ਆਪਣੇ ਆਪ ਦੇ ਦੂੰਗੀ, ਤੁਸੀਂ ਪਲੀਜ਼ ਮੈਨੂੰ ਲੈ ਕੇ ਜਾਓ, ਮੈਂ ਦੇਣਾ ਹੀ ਦੇਣਾ ਐਗਜ਼ਾਮ। ਡਾਕਟਰ ਵੀ ਦੇਖ ਕੇ ਹੈਰਾਨ ਕਿ ਇੰਨੀ ਹਾਲਤ ਖਰਾਬ ਹੈ, ਤੂੰ ਜਾਣਾ ਜ਼ਰੂਰੀ ਹੈ, ਉੱਪਰੋਂ ਪ੍ਰੈਗਨੈਂਸੀ ਹੈ, 5-6 ਮੰਥ ਹੈ। ਮੈਂ ਕਿਹਾ ਨਹੀਂ, ਮੈਂ ਕਰਨਾ, ਮੈਂ ਐਗਜ਼ਾਮ ਦੇਣਾ ਹੈ। ਔਰ ਮੈਨੂੰ ਚਿਕਨ ਪੌਕਸ ਹੋ ਗਿਆ ਸੀਗਾ, ਤੇ ਉਹਦੇ ਨਾਲ ਮਤਲਬ ਤੁਹਾਨੂੰ ਵੀ ਪਤਾ ਕਿ ਕਿੰਨੇ ਜ਼ਿਆਦਾ ਘਰ ਦੇ ਕਹਿੰਦੇ ਆ ਕੰਘੀ ਨਹੀਂ ਕਰਨੀ, ਨਹਾਣਾ ਨਹੀਂ ਹੈ। ਮੈਂ ਕਿਹਾ ਕੋਈ ਗੱਲ ਨਹੀਂ, ਤੁਸੀਂ ਬਸ ਮੈਨੂੰ ਇੱਕ ਵਾਰੀ ਲੈ ਜਾਓ। ਮੈਂ ਲਾਉਣ 'ਚ ਹੀ ਮੈਨੂੰ ਅਲੱਗ ਬਿਠਾ ਦਿੱਤਾ ਕਾਲਜ ਵਿੱਚ, ਉਹਨਾਂ ਨੇ ਐਗਜ਼ਾਮ ਦਿੱਤਾ ਔਰ ਮੈਂ ਕੀਤਾ। ਇਸੇ ਤਰ੍ਹਾਂ ਹੀ ਮੇਰੀ ਡਬਲ MA ਕੰਪਲੀਟ ਹੋ ਗਈ, ਨਾਲ ਹੀ ਮੇਰਾ ਦੂਸਰਾ ਬੇਟਾ ਵੀ ਹੋਇਆ। ਏਦਾਂ ਹੀ ਮੇਰੇ ਮਨ 'ਚ ਸੀਗਾ ਕਿ ਟ੍ਰਿਪਲ MA ਹੁਣ ਇਹ ਰਹਿੰਦਾ ਤੇ ਇਹ ਵੀ ਕਰ ਲਵਾਂ, ਕਿਉਂਕਿ ਮੈਂ ਆਪਣੇ ਪਾਪਾ ਨਾਲ ਵੀ ਕਿਤੇ ਨਾ ਵਾਅਦਾ ਕੀਤਾ ਸੀਗਾ ਕਿ ਹਾਂ ਮੈਂ ਪੜ੍ਹੂੰਗੀ ਔਰ ਪੜ੍ਹ ਕੇ ਦਿਖਾਊਂਗੀ। ਜਿਹੜੇ ਲੋਕ ਵੀ ਬੋਲਦੇ ਆ ਕਿ ਵਿਆਹ ਹੋ ਗਿਆ ਹੁਣ ਇਹਨੇ ਕੁਝ ਨਹੀਂ ਕਰਨਾ ਹੈ, ਸਿਰਫ ਬੱਚੇ ਪਾਲਨੇ ਆ, ਅੱਜ ਤੱਕ ਸਾਰੇ ਹੀ ਕਹਿੰਦੇ ਆ ਕਿ ਪੜਾਂਗੇ, ਬਟ ਕੋਈ ਪੜ੍ਹ ਕੇ ਨਹੀਂ ਦਿਖਾਉਂਦਾ। ਮੈਨੂੰ ਸੀਗਾ ਮੈਂ ਫੈਮਿਲੀ ਵਿੱਚ ਉਨਾ ਪੜਾਂ ਜਿੰਨਾ ਕੋਈ ਨਹੀਂ ਪੜਿਆ। ਪਲੀਜ਼ ਮੈਂ ਪੜ੍ਹਨਾ ਚਾਹੁੰਦੀ ਹਾਂ ਔਰ ਮੈਨੂੰ ਕੋਈ ਰੋਕਿਓ ਨਹੀਂ। ਅਗਰ ਮੇਰੀ ਵਜ੍ਹਾ ਤੋਂ ਕਿਸੇ ਨੂੰ ਪ੍ਰੋਬਲਮ ਹੋਏਗੀ ਫਿਰ ਮੈਂ ਜ਼ਰੂਰ ਉਹ ਕੰਮ ਨਹੀਂ ਕਰਾਂਗੀ, ਲੇਕਿਨ ਮੈਂ ਆਪਣੇ ਸਾਰੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਂਦੇ ਹੋਏ ਪੜ੍ਹਨਾ ਚਾਹੁੰਦੀ ਹਾਂ। ਤੇ ਉਸੇ ਤਰ੍ਹਾਂ ਹੀ ਮੈਂ ਟ੍ਰਿਪਲ MA ਵੀ ਕੀਤੀ ਆਪਣੀ, ਔਰ ਆਪਣੇ ਪਾਪਾ ਨਾਲ ਕੀਤਾ, ਵਾਅਦਾ ਪੂਰਾ ਕੀਤਾ। ਉਹ ਮਤਲਬ ਉਹ ਨਹੀਂ ਰਹਿ ਪਾਏ ਉਸ ਖੁਸ਼ੀ ਨੂੰ ਦੇਖ ਭਰੇ ਆਈਆਂ ਨਾ ਗੱਲ ਕਰਦੇ ਕਰਦੇ। ਫਾਈਨ, ਬਟ ਮੈਂ ਉਹ ਚੀਜ਼ਾਂ ਪੂਰੀਆਂ ਕੀਤੀਆਂ। ਫਿਰ ਵੀ ਮੁਕਾਮ ਤੇ ਪਹੁੰਚ ਗਏ ਹੋ, ਕਿੰਨਾ ਕੁਝ ਕੀਤਾ, ਹੁਣ ਲੋਕੀ ਜਾਣਨ ਵੀ ਲੱਗ ਗਈਆਂ, ਮੂਵੀਜ਼ ਵੀ ਕਰ ਰਹੇ ਆ, ਸੋ ਵੈਰੀ ਹੈਪੀ ਫॉर ਯੂ। ਬਿਲਕੁਲ, ਬਟ ਮੈਂ ਕਦੀ ਸੋਚਿਆ ਨਹੀਂ ਸੀਗਾ
ਪੜ੍ਹਾਈ ਕਰ ਲਈ ਸੀ, ਇੰਨਾ ਪਤਾ ਸੀ ਕਿ ਜੌਬ ਨਹੀਂ ਕਰਨੀ ਹੈ। ਘਰ ਦੇ ਕਹਿੰਦੇ ਸੀ ਜੌਬ ਨਹੀਂ ਕਰਨੀ ਹੈ। ਫਿਰ ਕਿਤੇ ਨਾ ਕਿਤੇ ਚਲੋ ਮੈਂ ਸਾਰੀ ਸਟੱਡੀਜ਼ ਕਰ ਰਹੀ ਸੀਗੀ। PhD ਦਾ ਬਹੁਤ ਮਨ ਹੈ ਕਿ ਮੈਂ PhD ਕਰਾਂ, ਹੁਣ ਵੀ ਬਹੁਤ ਮਨ ਹੈ, ਜ਼ਰੂਰ ਕਰਨਾ ਚਾਹੁੰਦੀ ਹਾਂ ਮੈਂ PhD। ਉਹ ਵੀ ਸ਼ੁਰੂ ਕੀਤੀ, ਬਟ ਰੈਗੂਲਰ ਸਟੱਡੀਜ਼ ਕਰਕੇ ਮੇਰੇ ਬੱਚੇ ਸਫਰ ਕਰ ਰਹੇ ਸੀ ਬਹੁਤ, ਕਿ ਮੈਂ ਨਹੀਂ ਕਰ ਪਾਈ ਉਹ ਪੂਰੀ। ਮੈਂ B.Ed ਦਾ ਵੀ ਕੀਤਾ, ਐਂਟਰੈਂਸ ਕਲੀਅਰ ਕੀਤੀ, ਬਟ ਉਹ ਵੀ ਰੈਗੂਲਰ ਦੇ ਕਾਰਨ ਮੈਂ ਨਹੀਂ ਕਰ ਪਾਈ, ਕਿਉਂਕਿ ਸਾਡੇ ਤੋਂ ਦੂਰ ਸੀਗਾ ਜਿੱਥੇ ਮੇਰੀ ਕਾਲਜ ਵਿੱਚ ਰੋਪੜ ਆਇਆ, ਤੇ ਮੈਨੂੰ ਸੀਗਾ ਮੇਰੇ ਬੱਚੇ ਸਫਰ ਬਹੁਤ ਕਰਨਗੇ, ਮੈਂ ਉਹ ਵੀ ਛੋੜ ਦਿੱਤਾ। ਏਦਾਂ ਹੀ 2015 ਤੱਕ ਮੈਂ ਇੱਕ ਟਿਪੀਕਲ ਹਾਊਸ ਵਾਈਫ ਹੀ ਸੀਗੀ। ਸਟੱਡੀਜ਼ ਜ਼ਰੂਰ ਕੀਤੀਆਂ ਸੀ, ਬਟ ਬਹੁਤ ਜ਼ਿਆਦਾ ਵੇਟ ਪੁੱਟ ਔਨ ਕੀਤਾ ਸੀਗਾ। ਸਟੱਡੀਜ਼ ਵੀ ਤੁਸੀਂ ਮੇਰੇ ਖਿਆਲ ਆਨਲਾਈਨ ਉਹਦਾ ਕੀਤੀਆਂ ਸੀ, ਕੋਰਸਪੋਂਡੈਂਸ, ਹਨਾ? ਪ੍ਰਾਈਵੇਟ, ਹਾਂਜੀ, ਸਾਰੀ ਸਟੱਡੀਜ਼ ਪ੍ਰਾਈਵੇਟ ਕੀਤੀਆਂ ਸੀ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਹੀ। ਬਟ ਕਦੀ ਵੀ ਮਤਲਬ ਸੋਚਿਆ ਨਹੀਂ ਸੀਗਾ ਕੁਝ ਵੀ ਕਰਾਂਗੀ ਜਾਂ ਕਦੀ ਵੀ ਸਾਹਮਣੇ ਆਵਾਂਗੀ। ਫਿਰ ਉਸ ਤੋਂ ਬਾਅਦ ਇਹ ਮਾਡਲਿੰਗ ਦੀ ਲਾਈਨ ਵਿੱਚ ਕਿੱਦਾਂ ਆਣਾ ਹੋਇਆ ਕਿ ਇੰਨੀ ਸਟੱਡੀ ਕੀਤੀ, ਇੰਨੀ ਹਾਰਡਸ਼ਿਪਸ ਦੇਖੀਆਂ? ਹਾਂਜੀ, ਇਹ ਮੈਨੂੰ ਲੱਗਦਾ ਮਤਲਬ ਸ਼ੌਂਕ ਬਹੁਤ ਜ਼ਿਆਦਾ ਸੀਗੇ ਸੁਮਨ ਜੀ। ਮੈਂ ਤੁਹਾਨੂੰ ਦੱਸਿਆ, ਕੁਝ ਕਰਨ ਦਾ ਜਜ਼ਬਾ ਹਮੇਸ਼ਾ ਹੁੰਦਾ ਸੀ। ਆਪਣੇ ਸ਼ੌਂਕ ਨੂੰ ਹਮੇਸ਼ਾ ਹੀ ਆਪਾਂ ਦੱਬ ਲੈਂਦੀਆਂ ਕੁੜੀਆਂ, ਹਨਾ, ਕਿ ਛੱਡੋ ਪਰੇ, ਹਨਾ। ਏਦਾਂ ਹੀ ਮੈਨੂੰ ਡਾਂਸਿੰਗ ਸਿੰਗਿੰਗ ਦਾ ਬਹੁਤ ਸ਼ੌਂਕ ਹੁੰਦਾ ਸੀਗਾ, ਤੇ ਮੈਂ ਰੂਮ ਬੰਦ ਕਰਕੇ ਨਾ ਡਾਂਸ ਕਰਦੇ ਰਹਿਣਾ ਏਦਾਂ ਹੀ। ਮੈਂ, ਮੇਰੇ ਬੱਚੇ, ਮਤਲਬ ਆਪਾਂ, ਇਹੀ ਮੇਰੀ ਦੁਨੀਆ ਨੇ, ਹੋਰ ਕੋਈ ਵੀ ਨਹੀਂ। ਮੈਨੂੰ ਲੱਗਦਾ ਸੀਗਾ ਮੈਂ ਹਰ ਇੱਕ ਗੱਲ, ਭਾਵੇਂ ਛੋਟੇ ਵੀ ਸੀਗੇ ਮੇਰੇ ਬੱਚੇ, ਮੈਂ ਇਹਨਾਂ ਨੂੰ ਸ਼ੇਅਰ ਕਰਨੀ, ਕੋਈ ਅੱਛੀ ਗੱਲ ਚਾਹੇ ਬੁਰੀ ਗੱਲ, ਇਹ ਸਮਝ ਵੀ ਨਹੀਂ ਪਾਣ ਭਾਵੇਂ, ਫਿਰ ਵੀ ਮੈਨੂੰ ਹੁੰਦਾ ਸੀ ਕਿ ਮੈਂ ਦੱਸ ਦਿੱਤਾ, ਮੇਰਾ ਮਨ ਹਲਕਾ ਹੋ ਗਿਆ। ਕਿਉਂਕਿ ਮੈਂ ਕਈ ਗੱਲਾਂ ਏਦਾਂ ਦੀਆਂ ਹੁੰਦੀਆਂ ਸੀ, ਮੈਂ ਆਪਣੇ ਪੇਰੈਂਟਸ ਨੂੰ ਵੀ ਨਹੀਂ ਦੱਸ ਪਾਉਂਦੀ ਸੀ, ਕਿ ਹਾਂ ਉਹਨਾਂ ਨੂੰ ਨਾ ਲੱਗੇ ਕਿ ਸਾਡੀ ਬੇਟੀ ਨੂੰ ਕੋਈ ਪਰੇਸ਼ਾਨੀ ਹੈ। ਹਮੇਸ਼ਾ ਉਹਨਾਂ ਨੂੰ ਹੱਸ ਕੇ ਦਿਖਾਵਾਂ। ਜਦੋਂ ਹੀ ਮੈਂ, ਮਤਲਬ ਕਈ ਵਾਰੀ ਘਰ ਬਹੁਤ ਕੁਝ ਹੁੰਦਾ ਐਸਾ, ਹਨਾ, ਕਿ ਨਹੀਂ ਦੱਸਣਾ ਮੈਂ ਆਪਣੇ ਮੰਮੀ ਪਾਪਾ ਨੂੰ। ਬਾਈ ਚਾਂਸ ਹੀ ਉਹਨਾਂ ਨੂੰ ਪਤਾ ਲੱਗ ਗਿਆ, ਉਹ ਕਹਿਣਗੇ ਹਾਏ ਇੰਨੀ ਛੋਟੀ ਸਾਡੀ ਕੁੜੀ ਹੈ ਤੇ ਇੰਨਾ ਕਿੱਦਾਂ ਕਰ ਰਹੀ ਹੈ, ਹਨਾ, ਲਾਈਫ 'ਚ ਸਟਰਗਲ। ਹਮੇਸ਼ਾ ਹੀ ਮੈਂ ਹੱਸ ਕੇ ਰਹਿਣਾ। ਅੱਜ ਵੀ ਸ਼ਾਇਦ ਉਦਾਂ ਦੀਆਂ ਮੈਂ ਕਦੀ ਕਿਸੇ ਨੂੰ ਆਪਣਾ ਦਿਲ ਕਦੀ ਖੋਲ ਕੇ ਨਹੀਂ ਦੱਸਦੀ, ਕਦੀ ਵੀ ਨਹੀਂ। ਮੈਨੂੰ ਲੱਗਦਾ ਕਿ ਚਲੋ ਮੈਂ ਇੰਨੀ ਸਟਰੋਂਗ ਆ, ਆਪਣੇ ਕੁਝ ਐਕਸਟਰਾ ਪਾਵਰ ਦਿੱਤੀ ਹੋਈ ਆ ਨਾ, ਕਿ ਬਿਲਕੁਲ। ਇਹ ਉਹਨਾਂ ਦੀ, ਮੇਰੇ ਪਾਪਾ ਦੀ ਬਲੇਸਿੰਗਸ ਨੇ, ਉਹ ਮੇਰੇ ਨਾਲ ਹਮੇਸ਼ਾ ਹੀ ਨੇ। ਤੁਸੀਂ ਪਾਪਾ ਆਪਣਿਆਂ ਨੂੰ ਬਹੁਤ ਮਿਸ ਕਰਦੀ ਹਾਂ ਮੈਂ, ਬਹੁਤ ਜ਼ਿਆਦਾ। ਆਈ ਨੋ ਦੈਟ। ਮੈਂ ਵੀ ਆਪਣੇ ਪਾਪਾ ਨੂੰ ਬਹੁਤ ਪਿਆਰ ਕਰਦੀ ਸੀ। ਮੇਰੇ ਪਾਪਾ ਵੀ ਰੀਸੈਂਟਲੀ ਲੋਸਟ ਮਾਈ ਡੈਡ, ਹੈ ਨਾ। ਤੇ ਕੁੜੀਆਂ ਦਾ ਵੈਸੇ ਵੀ ਆਪਣੇ ਪਾਪਾ ਨਾਲ ਬਹੁਤ ਪਿਆਰ ਹੁੰਦਾ, ਬਹੁਤ ਜ਼ਿਆਦਾ ਹੁੰਦਾ ਹੈ, ਹਾਂਜੀ। ਪਾਪਾ ਜੋ ਏਦਾਂ ਹੀ ਲਾਈਫ ਬੜੀ ਅੱਛੀ ਚੱਲ ਰਹੀ ਸੀਗੀ, ਹਾਊਸ ਵਾਈਫ ਹੀ ਸੀਗੀ ਟਿਪੀਕਲ। ਇੱਕ ਦਿਨ ਏਦਾਂ ਹੀ ਮੈਂ ਟੀਵੀ ਤੇ ਦੇਖਿਆ, ਮਿਸਿਸ ਪੰਜਾਬ ਹੋ ਰਿਹਾ, 2015 ਦੀ ਗੱਲ ਹੈ ਇਹ। ਤੇ ਮੇਰੇ ਬੱਚਿਆਂ ਨੇ ਮੈਨੂੰ ਕਿਹਾ, ਮੰਮਾ ਤੁਸੀਂ ਇੰਨਾ ਸੋਹਣਾ ਡਾਂਸ ਕਰਦੇ ਹੋ, ਤੁਸੀਂ ਇਹ 'ਚ ਪਾਰਟਿਸਿਪੇਟ ਕਰੋ। ਮੈਂ ਬੋਲਿਆ ਕਿ ਬੱਚੇ ਮੈਨੂੰ ਆਂਦਾ ਨਹੀਂ, ਮੈਂ ਕਦੀ ਸਟੇਜ ਹੀ ਨਹੀਂ ਫੇਸ ਕੀਤੀ ਇੰਨੇ ਸਾਲਾਂ ਤੋਂ, ਕਦੀ ਮੈਂ ਕਾਲਜ ਨਹੀਂ ਗਈ ਹਾਂ, ਕਦੀ ਕਾਲਜ ਲਾਈਫ ਨਹੀਂ ਦੇਖੀ ਹੈ। ਸ਼ੌਂਕ ਬੜਾ ਹੁੰਦਾ ਸੀਗਾ, ਬਟ ਜਾਣਾ ਐਗਜ਼ਾਮ ਦੇ ਕੇ ਘਰ ਆ ਜਾਣਾ, ਮੈਂ ਉੱਥੇ ਜਾ ਕੇ ਮੈਂ ਦੇਖਣਾ ਕਿ ਕਿੱਦਾਂ ਕੁੜੀਆਂ ਬਣ ਠਣ ਕੇ ਰਹਿੰਦੀਆਂ। ਮੈਂ ਆਪਣੇ ਹਸਬੈਂਡ ਨੂੰ ਕਹਿਣਾ, ਤੇ ਇਹਨਾਂ ਨੇ ਕਹਿਣਾ ਕਿ ਤੂੰ ਵੀ ਪਾ ਏਦਾਂ ਦੇ ਕੱਪੜੇ ਜੇ ਤੂੰ ਪਾਣਾ ਚਾਹੁੰਦੀ ਹੈ। ਬਟ ਮੈਨੂੰ ਪਤਾ ਸੀ ਮੇਰੀ ਬੋਡੀ ਓਦਾਂ ਦੀ ਨਹੀਂ ਹੈ, ਮੈਂ ਪਾਵਾਂ ਵੈਸਟਰਨ ਡਰੈਸਿਸ ਜਾਂ ਕੁਝ ਵੀ ਏਦਾਂ ਦਾ। ਮੈਂ ਕਹਿਣਾ ਕੋਈ ਨਾ, ਪਹਿਲੇ ਫਿੱਟ ਹੋਵਾਂਗੇ ਫਿਰ ਕਦੀ ਏਦਾਂ ਕਰਾਂਗੇ। ਏਦਾਂ ਹੀ ਮੌਕਾ ਮਿਲਿਆ। ਅੱਜ ਤਾਂ ਬਹੁਤ ਫਿੱਟ ਹੋ ਗਏ ਤੁਸੀਂ, ਐ ਪੂਰੇ ਪ੍ਰੋਪਰ ਮਾਡਲ ਲੱਗ ਰਹੇ ਹੋ, ਨਾਈਸ ਲੱਗ ਰਹੇ। ਹਾਂਜੀ, ਬਹੁਤ ਕੁਝ ਕੀਤਾ ਇਹਦੇ ਲਈ ਵੀ, ਪ੍ਰੋਪਰ ਡਾਈਟਿੰਗ, ਥੋੜੀ ਜਰਨੀ ਐਵਰੀਥਿੰਗ। ਸੁਣ ਰਹੇ ਆ ਹੁਣ ਤੱਕ ਤਾਂ ਮੈਨੂੰ ਇਹੀ ਦੇਖ, ਜੋ ਵੀ ਮੈਂ ਸੁਣਿਆ, ਹਨਾ, ਇਹੀ ਪਤਾ ਲੱਗਿਆ ਕਿ ਤੁਸੀਂ ਆਪਣੇ ਸੁਪਨੇ ਦੇਖੇ ਵੀ ਸੀ ਤੇ ਪੂਰੇ ਕਰਨ 'ਚ ਆਪਣੀ ਪੂਰਾ ਹਿੰਮਤ ਛੱਡੀ ਨਹੀਂ ਹੈਗੀ ਤੁਸੀਂ। ਹਿੰਮਤ ਨਹੀਂ ਛੱਡੀ, ਬਿਲਕੁਲ। ਬੱਚਿਆਂ ਤੋਂ ਬਾਅਦ ਵੀ ਇਨ-ਲॉज ਫੈਮਿਲੀ 'ਚ ਤਾਂ ਖਾਸ ਕਰਕੇ ਆ ਕੇ ਤੁਹਾਨੂੰ ਇੰਡੀਆ ਅਸੀਂ ਤਾਂ ਚਲੋ ਬਾਹਰ ਬੈਠੇ ਇੱਥੇ ਕੁਝ ਹੋਰ ਵੱਖਰੀ, ਪਰ ਇੰਡੀਆ ਵਿੱਚ ਮੈਨੂੰ ਪਤਾ ਹੈ ਕਿ ਇੱਕ ਹਾਊਸ ਵਾਈਫ ਲਈ ਰਾਈਜ਼ ਕਰਨਾ ਇਟਸ ਵੈਰੀ ਡਿਫਰੈਂਟ। ਬਹੁਤ ਮੁਸ਼ਕਿਲ ਹੈ, ਡਿਫਰੈਂਟ ਵੀ ਆ, ਤੇ ਕਿਉਂਕਿ ਉੱਥੇ ਥੋੜਾ ਜਿਹਾ ਗੱਲਾਂ ਬਾਤਾਂ ਕੁੜੀਆਂ ਜ਼ਿਆਦਾ ਹੋਣ ਲੱਗ ਜਾਂਦੀਆਂ, ਨਹੀਂ ਵੀ ਕੋਈ ਗੱਲ ਹੁੰਦੀ ਨਾ ਤਾਂ ਵੀ ਤੁਹਾਡੀ ਗੌਸਿਪਸ ਹੁੰਦੀਆਂ, ਹਨਾ, ਬਹੁਤ। ਉਹ ਗੌਸਿਪਸ ਹੁੰਦੀਆਂ, ਕਿਉਂਕਿ ਫ੍ਰੀ ਟਾਈਮ ਕੱਲ ਬਹੁਤ ਜ਼ਿਆਦਾ। ਸੋ ਇਹ ਹੋ ਗਿਆ ਮਾਡਲਿੰਗ। ਫਿਰ ਉਸ ਤੋਂ ਬਾਅਦ ਤੁਸੀਂ ਆਪਣੀ ਬੋਡੀ ਨੂੰ ਸੈੱਟ ਕੀਤਾ, ਹਨਾ? ਹਾਂਜੀ, ਫਿਰ ਮੈਂ ਜਦੋਂ ਬਿਊਟੀ ਪੇਜੈਂਟ 'ਚ ਮੈਂ ਪਾਰਟਿਸਿਪੇਟ ਕੀਤਾ, ਸੱਚੀ ਮੈਨੂੰ ਵੀ ਨਹੀਂ ਪਤਾ ਸੀ, ਮੇਰੇ ਬੱਚਿਆਂ ਨੇ ਵੀ, ਉਹਨਾਂ ਨੇ ਕਿਹਾ ਮੰਮਾ ਤੁਸੀਂ ਜਾਓ, ਸਾਨੂੰ ਪਤਾ ਤੁਸੀਂ ਹਾਰਨਾ ਤਾਂ ਹੈ ਹੀ ਹੈ, ਕਿਉਂਕਿ ਆਪਾਂ ਕਿਹੜਾ ਜਿੱਤਣਾ, ਜਿਹੜਾ ਕਿਸੇ ਨੂੰ ਪਤਾ ਲੱਗੇਗਾ, ਤੁਹਾਡਾ ਸ਼ੌਂਕ ਵੀ ਪੂਰਾ ਹੋ ਜਾਏਗਾ। ਨਹੀਂ ਹੋਊਗੀ ਆਪਣੀ। ਹਾਂ, ਮਤਲਬ ਬੇਇੱਜ਼ਤੀ ਵੀ ਨਹੀਂ ਹੋਏਗੀ, ਕਿਸੇ ਨੂੰ ਪਤਾ ਹੀ ਨਹੀਂ ਲੱਗੇਗਾ। ਈਵਨ ਮੇਰੇ ਹਸਬੈਂਡ ਨੂੰ ਵੀ ਨਹੀਂ ਪਤਾ ਸੀਗਾ। ਲੁਧਿਆਣਾ 'ਚ ਆਡੀਸ਼ਨ ਸੀਗੇ, ਮੈਂ, ਮੇਰੇ ਬੱਚਿਆਂ ਨੇ ਸੋਚਿਆ ਕਿ ਆਪਾਂ ਕਿਹੜਾ ਸਿਲੈਕਟ ਹੋਣਾ ਹੈ, ਚਲੋ ਆਪਾਂ ਸ਼ੌਂਕ ਵੀ ਪੂਰਾ ਹੋ ਜਾਏਗਾ ਡਾਂਸਿੰਗ ਦਾ, ਤੇ ਆਪਾਂ ਉੱਥੇ ਜਾ ਕੇ ਸਟੇਜ ਵੀ ਮਿਲ ਜਾਏਗੀ, ਅਸੀਂ ਡਾਂਸ ਕਰਾਂਗੇ ਉੱਥੇ ਜਾ ਕੇ।
ਹਨਾ। ਇੰਟਰੋ ਤਿਆਰ ਕਰ ਲਈ, ਸਭ ਕੁਝ ਕਿਸੇ ਦੀ ਗਾਈਡੈਂਸ ਤੋਂ ਬਿਨਾਂ ਹੀ ਅਸੀਂ ਚਲੇ ਗਏ। ਲੁਧਿਆਣੇ ਤਾਂ ਜਾਂਦੇ ਹੀ ਰਹਿੰਦੇ ਸੀ, ਮਾਇਕਾ ਸੀਗਾ, ਤੇ ਉੱਥੇ ਜਾ ਕੇ ਆਡੀਸ਼ਨ ਦੇ ਦਿੱਤੇ ਔਰ ਲੱਕੀਲੀ ਆਡੀਸ਼ਨ ਸਿਲੈਕਟ ਹੋ ਗਿਆ। ਓਹ ਦੈਟਸ ਨਾਈਸ। ਸੈਮੀ ਫਾਈਨਲ ਚ ਪਹੁੰਚ ਗਈ ਮੈਂ। ਫਿਰ ਮੈਂ ਸੋਚਿਆ ਚਲੋ ਕਿਹੜਾ ਫਾਈਨਲ ਚ ਪਹੁੰਚਣਾ ਅਸੀਂ, ਦੇਖ ਲਓ ਉਹ ਵੀ ਬੱਚਿਆਂ ਦੀ ਸਿਲੈਕਸ਼ਨ ਹੋ ਗਈ। ਇੰਸਪੀਰੇਸ਼ਨ ਨਾਲ ਨਾ, ਆਪਾਂ ਕਈ ਵਾਰੀ ਕਹਿ ਬਿਲਕੁਲ ਦਿੰਦੇ ਕਿ ਬੱਚੇ ਬਿਲਕੁਲ, ਹੋ ਗਏ ਤਾਂ ਸਭ ਕੁਝ ਛੱਡ ਦੋ, ਹਾਂਜੀ ਕਈ ਵਾਰ ਸਭ ਕੁਝ ਬੱਚੇ ਛੱਡ ਹੀ ਤੁਹਾਨੂੰ ਇੰਸਪਾਇਰ ਕਰਦੇ ਨੇ, ਬਿਲਕੁਲ, ਕਹਿੰਦੇ ਕਿ ਨਹੀਂ ਮਮਾ ਨਹੀਂ ਤੁਸੀਂ ਕਰੋ, ਮੈਂ ਬਿਲਕੁਲ ਆਪਣੀ ਤੁਸੀਂ ਵੀ ਗੱਲ ਦੱਸਦੀ ਹਾਂ ਕਿ ਮੈਂ ਵੀ ਕੰਮ ਕਰਦੀ ਹਾਂ, ਅਸੀਂ ਐਸ ਬੀਇੰਗ ਵਾਈਫ, ਬੀਇੰਗ ਮਦਰ, ਹਨਾ। ਬੱਚੇ ਹਾਂਜੀ ਤੋਂ ਜ਼ਿਆਦਾ ਮੈਂ ਕਿੰਨੀ ਮੋਟੀਵੇਟ ਕਰਦੇ ਆ ਤੁਹਾਡੇ ਆਪਣੇ ਬੱਚੇ, ਬਹੁਤ, ਉਹ ਹਾਂਜੀ ਆਪਣੀ ਮੋਟੀਵੇਸ਼ਨ ਹੁੰਦੀ ਹੈ ਨਾ ਜੋਤੀ ਸੀ, ਉਹ ਮੈਨੂੰ ਲੱਗਦਾ ਕਿਤੋਂ ਹੋਰ ਮਿਲ ਹੀ ਨਹੀਂ ਸਕਦੀ। ਕਿਤੋਂ ਹੋਰ ਨਹੀਂ ਮਿਲ ਸਕਦੀ, ਕਿਉਂਕਿ ਮੈਂ ਜਿੱਦਾਂ ਇਹਨਾਂ ਨੂੰ ਕਹਿਣਾ ਨਾ ਕਿ ਤੁਹਾਡਾ ਐਗਜ਼ਾਮ ਹੈ, ਤੁਸੀਂ ਡਰਨਾ ਨਹੀਂ, ਤੁਸੀਂ ਏਦਾਂ ਪਰਫਾਰਮ ਕਰਿਓ, ਸੇਮ ਏਦਾਂ ਹੀ ਇਹਨਾਂ ਨੇ ਮੈਨੂੰ ਕਹਿਣਾ ਕਿ ਮੰਮਾ ਤੁਸੀਂ ਡਰਿਓ ਨਾ, ਤੁਸੀਂ ਅੱਛਾ ਪਰਫਾਰਮ ਕਰਿਓ। ਮੈਨੂੰ ਇੰਨਾ ਵਧੀਆ ਲੱਗਣਾ ਨਾ ਉਹ ਚੀਜ਼ ਕਿ ਹਾਂ ਅੱਜ ਮੇਰੇ ਬੱਚੇ ਮੈਨੂੰ ਬੂਸਟ ਕਰ ਰਹੇ ਆ ਕਿੰਨਾ ਜ਼ਿਆਦਾ। ਜਿੱਦਾਂ ਮੈਂ ਇਹਨਾਂ ਨੂੰ ਬੋਲਣਾ ਉਦਾਂ ਹੀ ਇਹਨਾਂ ਨੇ ਮੈਨੂੰ ਫਿਰ ਬੋਲਣਾ। ਕੰਟੈਸਟ ਜਿੱਤ ਗਏ ਸੀ ਤੁਸੀਂ? ਹਾਂਜੀ, ਮੈਂ ਟੌਪ 10 ਚ ਪਹੁੰਚੀ, ਜਿੱਤੀ ਤਾਂ ਨਹੀਂ, ਟੌਪ 10 ਚ ਪਹੁੰਚੀ। ਉੱਥੇ ਜਾ ਕੇ ਮੈਨੂੰ ਸਿੱਖਣ ਨੂੰ ਬਹੁਤ ਕੁਝ ਮਿਲਿਆ। ਮੈਨੂੰ ਲੱਗਿਆ ਕਿ ਮੇਰੇ ਚ ਕੀ ਕਮੀਆਂ ਨੇ। ਹਾਂ ਵੀ ਮੈਂ ਇੱਥੇ ਮੋਟੀ ਆ, ਮੈਂ ਫਿੱਟ ਨਹੀਂ ਆ, ਤਾਂ ਸ਼ਾਇਦ ਮੈਂ ਹਾਰੀ ਆ। ਮੇਰੇ ਚ ਟੈਲੈਂਟ ਹੈ ਬਟ ਉਹਨੂੰ ਨਿਖਾਰਨਾ ਪਏਗਾ ਬਹੁਤ ਜ਼ਿਆਦਾ। ਫਿਰ ਮੈਂ ਉਸ ਤੇ ਪੂਰਾ 1 ਸਾਲ ਕੰਮ ਕੀਤਾ ਔਰ 2017 ਚ ਮੈਂ ਮਿਸਿਸ ਨਾਰਥ ਇੰਡੀਆ ਚ ਪਾਰਟਿਸਿਪੇਟ ਕੀਤਾ। ਆਪਣੇ ਆਪ ਨੂੰ ਪੂਰਾ ਯੋਗਾ ਕੀਤਾ, ਫਿਟਨੈਸ ਵੱਲ ਧਿਆਨ ਦਿੱਤਾ, ਡਾਈਟਿੰਗ ਕੀਤੀ, ਬਹੁਤ ਕੁਝ ਕਰਕੇ ਫਿਰ ਮੈਂ 2017 ਚ ਜਦੋਂ ਪਾਰਟਿਸਿਪੇਟ ਕੀਤਾ ਔਰ ਉਹਨੂੰ ਵਿਨ ਕਰ ਲਿੱਤਾ, ਫਿਰ ਮੇਰੀ ਲਾਈਫ ਟੋਟਲੀ ਚੇਂਜ ਹੋ ਗਈ। ਫਿਰ ਮੈਨੂੰ ਲੱਗਿਆ ਕਿ ਹਾਂ ਹੁਣ ਮੈਂ ਸਭ ਕੁਝ ਕਰ ਸਕਦੀ ਹਾਂ ਜੋ ਚਾਹਾਂ, ਕਿਉਂਕਿ ਉਦੋਂ ਤੱਕ ਮੇਰੇ ਬੱਚੇ ਵੀ ਵੱਡੇ ਹੋ ਗਏ ਸੀਗੇ। ਇੱਕ ਬੇਟਾ ਮੇਰਾ 12-13 ਸਾਲ ਦਾ ਹੋ ਗਿਆ ਸੀ, ਦੂਸਰਾ ਮੇਰਾ ਤਾਂ ਵੱਡਾ ਹੋ ਗਿਆ ਸੀ। ਤਾਂ ਮੈਨੂੰ ਸੀਗਾ ਕਿ ਹਾਂ ਹੁਣ ਮੇਰੇ ਲਈ ਟਾਈਮ ਹੈ, ਮੇਰੇ ਕੋਲ ਮੈਂ ਆਪਣੇ ਆਪ ਲਈ ਵੀ ਕੁਝ ਕਰ ਸਕਦੀ ਹਾਂ। ਬੱਚਿਆਂ ਨੇ ਵੀ ਸਮਝਣ ਲੱਗ ਗਏ ਸੀਗੇ ਕਿਉਂਕਿ ਉਹਨਾਂ ਨੇ ਹਰ ਇੱਕ ਚੀਜ਼ ਮੇਰੀ ਦੇਖੀ ਸੀਗੀ। ਉਹ ਸਮਝਦੇ ਸੀ ਹਰ ਚੀਜ਼ ਨੂੰ ਕਿ ਹਾਂ ਅਸੀਂ ਤੁਹਾਡੇ ਨਾਲ ਆ। ਮਤਲਬ ਮੇਰੇ ਭੈਣ ਭਰਾਵਾਂ ਵਾਂਗ ਹੈ ਮੇਰੇ ਬੱਚੇ। ਮੈਨੂੰ ਕਦੀ ਨਹੀਂ ਲੱਗਿਆ ਕਿ ਹਾਂ ਮੇਰਾ ਬੇਟਾ ਹੈ ਜਾਂ ਨਹੀਂ ਹੈ। ਮੈਂ ਹਮੇਸ਼ਾ ਉਹਨੂੰ, ਉਹ ਵੀ ਮੈਨੂੰ ਭੈਣ ਹੀ ਸਮਝਦੇ ਆ। ਤੁਸੀਂ ਮੈਂ ਪਿਕਚਰਸ ਦੇਖਿਓ, ਲੱਗੇਗਾ ਵੀ ਨਹੀਂ ਕਿ ਅਸੀਂ ਭੈਣ ਭਰਾ ਨਹੀਂ ਆ। ਉਹ ਮੈਨੂੰ ਨਾ ਤੁਹਾਡੀ ਇਸ ਗੱਲ ਤੋਂ ਨਾ ਹੁਣੇ ਯਾਦ ਆ ਗਿਆ, ਹੁਣੇ ਪਿੱਛੇ ਜਿਹੀ ਮੂਵੀ ਆਈ ਨਾ ਹੌਂਸਲਾ ਰੱਖ ਦਿਲਜੀਤ, ਉਹ ਆਪਣੇ ਬੇਟੇ ਨੂੰ ਕਹਿੰਦਾ ਹੁੰਦਾ ਕਿ ਤੂੰ ਮੈਨੂੰ ਵੱਡਾ ਹਾਂਜੀ ਹਾਂਜੀ, ਅਸੀਂ ਵੀ ਏਦਾਂ ਹੀ ਆ ਬਿਲਕੁਲ। ਮੈਂ ਹੁਣ ਵੀ ਬੇਟੇ ਨਾਲ ਜਦੋਂ ਇਹਦੇ ਸਕੂਲ ਜਾਂਦੀ ਆ ਤੇ ਉਹ ਕਹਿਣਗੇ ਹਮੇਸ਼ਾ ਤੇਰੀ ਸਿਸਟਰ ਆਂਦੀ, ਤੇਰੇ ਮੰਮਾ ਕਿਉਂ ਨਹੀਂ ਆਂਦੇ ਮੀਟਿੰਗ ਤੇ, ਤੂੰ ਉਹ ਆਪਣੇ ਮੰਮਾ ਨੂੰ ਲੈ ਕੇ ਆਇਆ ਕਰ। ਨਾਰਥ ਇੰਡੀਆ 2017 ਤੁਸੀਂ ਜਿੱਤਿਆ ਹਨਾ। ਹਾਂਜੀ ਹਾਂਜੀ ਤੇ ਉਸ ਹਾਂਜੀ ਤੋਂ ਬਾਅਦ ਲਾਈਟ ਫੇਸ ਆਫ ਇੰਡੀਆ 2018 ਹਨਾ। ਮੈਨੂੰ ਇੱਕ ਹਾਂਜੀ ਬੜੀ ਵਧੀਆ ਲੱਗੀ ਹੈ ਕਿ ਤੁਸੀਂ 50 ਸੀਗਾ ਇੱਕ ਅਵਾਰਡ ਤੁਸੀਂ ਜਿੱਤਿਆ ਹੈਗਾ, 50 ਮੋਸਟ ਇਨਫਲੂਐਂਸ਼ੀਅਲ ਇੰਡੀਅਨ ਮੋਸਟ ਵੂਮਨ ਵਰਲਡਵਾਈਡ। ਇਨਫਲੂਐਂਸ਼ੀਅਲਸ ਹੈ ਨਾ, ਉਹ ਤੁਹਾਡੀ ਬੁੱਕ ਹਾਂ ਵਿੱਚ ਵੀ ਪਬਲਿਸ਼ ਹੋਈ ਹੈ ਨਾ, ਤੁਹਾਡੀ ਬਾਇਓਗ੍ਰਾਫੀ। ਹਾਂਜੀ ਹਾਂਜੀ, ਉਹ ਇੱਥੇ ਹੀ ਮਿਸਿਸ ਨਾਰਥ ਇੰਡੀਆ ਵਿੱਚ ਹੀ ਜਦੋਂ ਮੈਂ ਆਪਣੀ ਇੰਟਰੋਡਕਸ਼ਨ ਦਿੱਤੀ, ਇੱਕ ਇੰਟਰੋਡਕਸ਼ਨ ਰਾਊਂਡ ਹੁੰਦਾ ਹੈ, ਉਹਦੇ ਵਿੱਚ ਜਦੋਂ ਮੈਂ ਦੱਸਿਆ ਕਿ ਕਿਸ ਤਰ੍ਹਾਂ ਮੈਂ ਕਿੱਥੋਂ ਕਿੱਥੇ ਤੱਕ ਆਈ ਹਾਂ, ਕਿੱਥੇ ਮੇਰਾ 90 kg weight ਸੀਗਾ, ਕਿੱਥੇ ਮੈਂ 50 ਤੇ ਆਈ ਹਾਂ, ਇਹ ਕਿਸ ਤਰ੍ਹਾਂ ਸਟਰਗਲ ਕੀਤਾ ਮੈਂ, ਕਿੰਨਾ ਹੀ ਜ਼ਿਆਦਾ ਬੋਡੀ ਦੇ ਨਾਲ ਨਾਲ ਆਪਣੀ ਹਰ ਇੱਕ ਚੀਜ਼ ਦਾ। ਤਾਂ ਮੈਮ ਨੇ ਮੈਨੂੰ ਕਹਿ ਦਿੱਤਾ ਏਦਾਂ ਹੀ ਕਿ ਚਰਨ ਆਪ ਨਾ ਆਪਣੀ ਬਾਇਓਗ੍ਰਾਫੀ ਲਿਖੋ। ਮੈਂ ਵੀ ਹਾਸਿਆ ਜਿਸੇ ਚ ਰਾਤ ਨੂੰ ਮੈਨੂੰ ਹੋਰ ਕੋਈ ਕੰਮ ਨਹੀਂ, ਤਾਂ ਹੁਣ ਆਦਤ ਪੈ ਚੁੱਕੀ ਸੀ ਰਾਤ ਨੂੰ ਜਾਗਣ ਦੀ, ਤਾਂ ਮੈਂ ਉਹ ਲਿਖਣਾ ਸ਼ੁਰੂ ਕਰ ਦਿੱਤਾ। ਬਸ ਉਹ ਲਿਖ ਕੇ ਮੈਂ ਮੇਲ ਕਰ ਦਿੱਤੀ ਮੈਮ ਨੂੰ ਜਿੱਦਾਂ ਮੈਮ ਨੇ ਕਿਹਾ ਸੀ। ਤਾਂ ਇੱਕ ਦਿਨ ਮੈਨੂੰ ਕਾਲ ਆਈ ਕਿ ਆਪਕੀ ਬਾयोग्राफी सेलेक्ट हो गई है, वो बुक छपेगी तो उसमें आपकी आएगी। ਮੈਂ ਬੜੀ ਹੈਪੀ ਹੋ ਗਈ ਕਿ ਚਲੋ ਅੱਛੀ ਗੱਲ ਹੈ, ਕਿ ਬਹੁਤ ਵਧੀਆ ਮੇਰੇ ਲਈ ਪ੍ਰਾਊਡ ਮੂਮੈਂਟ ਸੀਗੀ। ਇਸੇ ਤਰ੍ਹਾਂ ਹੀ ਉਹਦੇ ਤੋਂ ਬਾਅਦ ਮੇਰੀਆਂ ਬਹੁਤ ਸਾਰੀਆਂ ਇੰਟਰਵਿਊਜ਼ ਆਉਣ ਲੱਗੀਆਂ ਮੈਨੂੰ ਦੂਰਦਰਸ਼ਨ। ਇਹ ਸਭ 2017 ਤੋਂ ਬਾਅਦ ਹੀ ਸ਼ੁਰੂ ਹੋਇਆ। ਲਾਈਫ 'ਚ ਮੇਰਾ ਟਰਨਿੰਗ ਪੁਆਇੰਟ ਆ ਗਿਆ, ਹਰ ਇੱਕ ਚੀਜ਼ ਚੇਂਜ ਹੋ ਗਈ। ਜਿਹੜੇ ਸੁਪਨੇ ਮਤਲਬ ਮੈਂ ਕਦੀ ਦੇਖੇ ਵੀ ਨਹੀਂ ਸੀ ਨਾ, ਉਹ ਵੀ ਮੈਨੂੰ ਪੂਰੇ ਹੁੰਦੇ ਨਜ਼ਰ ਆਉਣ ਲੱਗ ਗਏ ਕਿ ਹਾਂ ਮੈਂ ਹੁਣ ਆ ਵੀ ਕਰ ਸਕਦੀ ਹਾਂ, ਆ ਵੀ ਕਰ ਸਕਦੀ ਹਾਂ। ਕੋਈ ਕੰਮ ਐਸਾ ਨਹੀਂ ਜਿਹੜਾ ਮੈਂ ਨਹੀਂ ਕਰ ਸਕਦੀ। ਜਦੋਂ ਅਸੀਂ ਖੁਦ ਇੰਨੀ ਹਿੰਮਤ ਰੱਖਦੇ ਆ ਨਾ, ਤਾਂ ਫਿਰ ਉੱਪਰੋਂ ਦੀ ਰੱਬ ਵੀ ਹੈਲਪ ਕਰਦਾ। ਮੈਂ ਬਹੁਤ ਹੈਲਪ ਕੀਤਾ ਹੈ, ਬਹੁਤ ਹੈਲਪ, ਸੱਚੀ ਮੈਂ ਕਹਿ ਰਹੀ ਹਾਂ। ਮੈਂ ਉਹਨਾਂ ਕੰਮ ਨਹੀਂ ਕੀਤਾ ਜਿੰਨਾ ਮੈਨੂੰ ਉਹਦਾ ਫਲ ਮਿਲ ਗਿਆ। ਸ਼ਾਇਦ ਉਹ ਉਹਨਾਂ ਆਂਸੂਆਂ ਦੀ ਕੀਮਤ ਸੀ, ਜਾਂ ਉਹਨਾਂ ਰਾਤਾਂ ਜਿਹੜੀਆਂ ਜਾਗੀ ਸੀ ਉਹਨਾਂ ਦੀ ਕੀਮਤ ਸੀ, ਜਾਂ ਮੇਰੇ ਬੱਚਿਆਂ ਦੀਆਂ ਪ੍ਰੇਅਰਸ ਸੀਗੀਆਂ, ਮੇਰੇ ਹਸਬੈਂਡ ਦੀ ਸਪੋਰਟ ਸੀ, ਪਤਾ ਨਹੀਂ ਕੀ ਸੀਗਾ। ਇੰਨੀ ਸ਼ਕਤੀ, ਸੱਚੀ ਸੁਮਨ, ਮੈਂ ਇੱਕ ਇੰਜੈਕਸ਼ਨ ਨਹੀਂ ਲਗਵਾ ਸਕਦੀ ਸੀ। ਇੰਨੀ ਸੋਲ ਸੀ ਮੈਂ, ਇੰਨੀ ਸੋਲ। ਮਤਲਬ ਮੈਂ ਦਵਾਈ ਅੱਜ ਤੱਕ ਵੀ ਪੂਰੀ ਨਹੀਂ ਖਾਈ ਹੈ ਕਦੀ ਵੀ। ਇੰਨੀ ਵੱਡੀ ਮਤਲਬ ਮੈਂ ਹੋ ਗਈ ਹਾਂ, ਅਗਰ ਮੈਨੂੰ ਇੱਕ ਡਾਕਟਰ ਇੱਕ ਕਰੋਸਿਨ ਵੀ ਦਿੰਦਾ ਨਾ, ਮੈਂ ਉਹਨੂੰ ਵੀ ਹਾਫ ਕਰਕੇ ਖਾਂਦੀ ਹਾਂ ਕਿ ਮੈਨੂੰ ਪਤਾ ਹੈ ਇਹ ਵੀ ਮੈਨੂੰ ਹਿੱਟ ਕਰੇਗੀ, ਮੈਂ ਇੰਨੀ ਵੀ ਨਹੀਂ ਖਾ ਸਕਦੀ ਹਾਂ। ਤੇ ਮੇਰੇ ਬੱਚੇ ਨਾਰਮਲ ਕਿੱਦਾਂ ਹੋ ਗਏ, ਕਿੱਦਾਂ ਮਤਲਬ ਮੈਂ ਇੰਨਾ ਕੁਝ ਕਿੱਦਾਂ ਮੈਂ ਸਹਿਨ ਕਰ ਲਿਆ। ਮੇਰੇ ਪਾਪਾ ਮੰਮੀ ਨੇ ਕਹਿਣਾ ਕਿ ਮੇਰੀ ਕੁੜੀ ਤਾਂ ਇੰਨੀ ਸੋਲ ਹੈ, ਇਹਨੂੰ ਤਾਂ ਮਾੜੀ ਜੀ ਸੂਈ ਨਹੀਂ ਹੈ ਸਹਿਨ ਕਰ ਸਕਦੀ, ਇਹ ਕਿੱਦਾਂ ਕਰੇਗੀ ਸਭ ਕੁਝ।
ਬਟ ਕਿੱਦਾਂ ਹੋ ਗਿਆ ਸੱਚੀ ਮੈਨੂੰ ਨਹੀਂ ਪਤਾ ਸੀਗਾ। ਅੱਛਾ ਜੋਤੀ, ਮੈਂ ਤੁਹਾਡੇ ਇੱਕ ਕਪਿਲ ਸ਼ਰਮਾ ਦੇ ਸ਼ੋਅ ਦੇ ਉੱਤੇ ਪਿਕਚਰ ਵੀ ਦੇਖ ਰਹੀ ਸੀ, ਤੁਹਾਡੀ ਕਵਰ ਤੇ ਲੱਗੀ ਹੋਈ ਸੀਗੀ, ਉਹਦੇ ਬਾਰੇ ਮੈਂ ਪੁੱਛਣਾ ਹੀ ਭੁੱਲ ਗਈ ਤੁਹਾਨੂੰ ਨਾ ਕਿ ਕੀ ਸੀਗਾ ਉਹ, ਹਾਂਜੀ ਕਿਉਂਕਿ ਮੇਰਾ ਕਾਫੀ ਬੜੀ ਲੋਕਾਂ ਦਾ ਇੱਛਾ ਸੀ ਡ੍ਰੀਮ ਹੁੰਦਾ ਕਿ ਉਧਰ ਸ਼ੋਅ ਤੇ ਜਾਣਾ, ਇਟਸ ਬਿਗ ਥਿੰਗ। ਜਾਣਾ। ਹਾਂਜੀ ਹਾਂਜੀ ਮੇਰਾ ਵੀ ਡ੍ਰੀਮ ਸੀ ਜੀ ਕਿ ਮੈਂ ਵੀ ਕਦੀ ਜਾਵਾਂ। ਤੁਹਾਨੂੰ ਕਿਹਾ ਨਾ 2017 ਤੋਂ ਬਾਅਦ ਮੈਨੂੰ ਲੱਗਿਆ ਵੀ ਮੈਂ ਚਾਂਦ ਤੇ ਵੀ ਜਾ ਸਕਦੀ ਹਾਂ ਹੁਣ। ਇੰਨੀ ਮਤਲਬ ਮੈਨੂੰ ਲੱਗਿਆ ਕਿ ਮੈਂ ਇੱਕ ਆਜ਼ਾਦ ਪੰਛੀ ਬਣ ਪ੍ਰੋਗਰਾਮ ਦਾ ਚੁੱਕੀ ਹਾਂ। ਨਾਮ ਵੀ ਅੰਬਰਾਂ ਦੀ ਉਡਾਰੀ ਹੈ ਤੇ ਤੁਸੀਂ ਤਾਂ ਉਡਾਰੀ ਬਿਲਕੁਲ ਬਿਲਕੁਲ ਉਡਾਰੀ ਬਿਲਕੁਲ ਲਾ ਰਹੇ ਸੀਗੇ ਹਨਾ। ਬਿਲਕੁਲ ਬਿਲਕੁਲ ਮੈਨੂੰ ਲੱਗਿਆ ਕਿ ਮੈਂ ਕੁਝ ਵੀ ਕਰ ਸਕਦੀ ਹਾਂ ਹੁਣ। ਇੱਛਾ ਬਹੁਤ ਸੀਗੀ ਕਿ ਹਾਂ ਮੈਂ ਕਪਿਲ ਦੇ ਸ਼ੋਅ 'ਚ ਜਾਵਾਂ। ਫੈਨ ਸੀਗੀ ਕਿਉਂਕਿ ਮੈਨੂੰ ਬਹੁਤ ਵਧੀਆ ਲੱਗਦਾ ਸੀ ਉਹਦਾ ਸ਼ੋਅ ਦੇਖ ਕੇ। ਮੈਂ ਹਮੇਸ਼ਾ ਖੁਸ਼ ਹੋ ਜਾਣਾ। ਮੈਨੂੰ ਟੀਵੀ ਦਾ ਤਾਂ ਬਹੁਤ ਸ਼ੌਂਕ ਸੀ ਹਮੇਸ਼ਾ ਤੋਂ। ਮੈਨੂੰ ਮੇਰੇ ਪਾਪਾ ਨੂੰ ਸੀਰੀਅਲ ਵਿੱਚ ਤੁਹਾਨੂੰ ਕੰਮ ਮਿਲ ਗਿਆ ਹਨਾ। ਤਾਂ ਹੀ ਹਰ ਇੱਕ ਚੀਜ਼ ਮੈਂ ਤੁਹਾਨੂੰ ਕਿਹਾ ਇੱਕ ਨਾ ਸਟੈਪ ਬਾਏ ਸਟੈਪ ਇੱਕ ਜ਼ਰੀਆ ਬਣ ਗਿਆ। ਅੱਜ ਜਦੋਂ ਮੈਂ ਸੁਣਾਉਂਦੀ ਹਾਂ ਤਾਂ ਲੱਗਦਾ ਕਹਾਣੀ ਹੈ, ਬਟ ਇਹ ਕਿੱਦਾਂ ਜੁੜ ਗਈ ਮੈਨੂੰ ਸਮਝ ਹੀ ਨਹੀਂ ਲੱਗੀ। ਰੱਬ ਨੇ ਕਿਸ ਤਰ੍ਹਾਂ ਮੈਨੂੰ ਹੱਥ ਪਕੜ ਕੇ ਉੱਥੇ ਤੱਕ ਲੈ ਗਏ, ਸੱਚੀ ਨਹੀਂ ਮੈਨੂੰ ਸਮਝ ਲੱਗਿਆ। ਨਹੀਂ, ਉਹ ਤੁਹਾਡੀਆਂ ਅੱਖਾਂ ਜਿਹੜੀਆਂ ਭਰਦੀਆਂ ਨਾ, ਉਹ ਇਹ ਚੀਜ਼ ਸ਼ੋਅ ਕਰਦੀਆਂ ਪਈਆਂ ਕਿ ਕਿੰਨੀ ਇਹਨਾਂ ਨੇ ਮਿਹਨਤ ਕੀਤੀ ਇੱਥੇ ਤੱਕ ਆਉਣ ਦੀ। ਕਿੱਦਾਂ ਹਾਂ ਮੈਂ ਬਿਲਕੁਲ ਤਾਂ ਇਹ ਚਾਹਾਂਗੀ ਅੱਗੇ ਜਾ ਕੇ ਵੀ ਤੁਸੀਂ ਹੋਰ ਵੀ ਨਾਮ ਕਮਾਓ ਹਨਾ, ਤੇ ਕੰਮ ਏਦਾਂ ਹੀ ਉਹੀ ਇੰਟਰਵਿਊ ਹੋਣ ਲੱਗੀਆਂ ਟੀਵੀ ਤੇ। ਟੀਵੀ ਤੋਂ ਬਾਅਦ ਕਿੱਦਾਂ ਮੇਰੀ ਇੰਟਰਵਿਊ ਲਈ ਮੈਨੂੰ ਦੂਰਦਰਸ਼ਨ ਬੁਲਾਇਆ ਗਿਆ ਸੀ। ਪ੍ਰੋਗਰਾਮ ਸੀ ਰੂਬਰੂ। ਮੈਂ ਉੱਥੇ ਆਪਣੀ ਗੱਲਬਾਤ ਹੀ ਕਰ ਰਹੀ ਸੀ ਤੇ ਮੈਨੂੰ ਸਪੈਸ਼ਲੀ ਮੈਮ ਨੇ ਕਿਹਾ ਵੀ ਸ਼ੋਅ ਖਤਮ ਹੁੰਦੇ ਹੀ ਲੜਕੀ ਨੂੰ ਉੱਪਰ ਬੁਲਾਇਆ ਕਿ ਅਸੀਂ ਇਹਨੂੰ ਐਂਕਰਿੰਗ ਦੀ ਜੌਬ ਆਫਰ ਕਰਨੀ ਹੈ। ਉਸੇ ਟਾਈਮ ਮੈਨੂੰ ਐਂਕਰਿੰਗ ਦਾ ਬੋਲਿਆ ਉਹਨਾਂ ਨੇ, ਜਿਹੜੀ ਮੈਨੂੰ ਕਦੀ ਆਂਦੀ ਨਹੀਂ ਸੀ। ਕਦੀ ਮੈਂ ਤੁਹਾਨੂੰ ਕਿਹਾ ਮੈਂ ਕੁਝ ਨਹੀਂ ਕੀਤਾ ਸੀ ਲਾਈਫ 'ਚ। ਮੈਮ ਨੇ ਕਿਹਾ ਨਹੀਂ ਤੁਸੀਂ ਕਰ ਸਕਦੇ ਹੋ। ਇਸ ਵੀਕ ਮੇਰੀ ਇੰਟਰਵਿਊ ਸੀ, ਨੈਕਸਟ ਵੀਕ ਮੈਂ ਕਿਸੇ ਸੈਲੀਬ੍ਰਿਟੀ ਦੀ ਇੰਟਰਵਿਊ ਕੀਤੀ। ਉਹਦੇ ਨਾਲ ਮੈਨੂੰ ਸੈਲੀਬ੍ਰਿਟੀਜ਼ ਮਿਲਣੇ ਸ਼ੁਰੂ ਹੋ ਗਏ। ਉਹਨਾਂ ਨੇ ਕਿਹਾ ਕਿ ਚਰਨ ਤੂੰ ਇੱਥੇ ਨਹੀਂ, ਤੂੰ ਮੂਵੀਜ਼ ਵਿੱਚ ਟਰਾਈ ਕਰ, ਤੂੰ ਗੁੱਡ ਲੁਕਿੰਗ ਹੈ। ਉਸ ਤੋਂ ਬਾਅਦ ਮੈਂ ਬੋਲਿਆ ਹਾਂ ਠੀਕ ਹੈ, ਹੋਏਗਾ ਕੁਝ ਦੱਸਣਾ ਅੱਛਾ। ਤੇ ਏਦਾਂ ਹੀ ਰਾਤ ਨੂੰ ਹੀ ਮੈਨੂੰ ਕਾਲ ਆਈ ਕਰਮਜੀਤ ਅਨਮੋਲ ਸਰ ਦੀ ਕਿ ਸਵੇਰੇ ਸ਼ੂਟਿੰਗ ਹੈ, ਤੂੰ ਉੱਥੇ ਆ ਜਾ, ਮੂਵੀ ਸ਼ੂਟ ਕਰਨੀ ਹੈ। ਮੈਂ ਬੜੀ ਹੈਰਾਨ। ਤੇਰੀ ਮੇਰੀ ਗੱਲ ਬਣ ਗਈ, ਜਿਹੜੀ ਮੇਰੀ ਪਹਿਲੀ ਮੂਵੀ ਹੈ। ਅੱਛਾ ਜੀ, ਹਲੇ ਰਿਲੀਜ਼ ਨਹੀਂ ਹੋਈ। ਪ੍ਰੀਤੀ ਸਪਰੂ ਮੈਮ ਨੇ ਡਾਇਰੈਕਟ ਕੀਤੀ ਆ ਉਹ ਮੂਵੀ। ਮੈਨੂੰ ਉਹਦੀ ਕਾਲ ਆ ਗਈ। ਮੈਂ ਕਿਹਾ ਸਰ ਮੈਨੂੰ ਕੁਝ ਨਹੀਂ ਆਉਂਦਾ, ਉੱਥੇ ਜਾ ਕੇ ਮੈਂ ਸੱਚੀ ਬੇਇੱਜ਼ਤੀ ਨਾ ਹੋ ਜਾਏ ਤੁਹਾਡੀ, ਜਾਂ ਅਗਲੇ ਕਹਿਣਗੇ ਕਿਹੜੀ ਤੁਸੀਂ ਕੁੜੀ ਬੁਲਾ ਲਈ, ਇਹਨੂੰ ਤਾਂ ਕੁਝ ਆਉਂਦਾ ਹੀ ਨਹੀਂ ਹੈ। ਬਟ ਸਰ ਕਹਿੰਦੇ ਨਹੀਂ, ਜਿਸ ਤਰ੍ਹਾਂ ਦੀ ਤੂੰ ਹੈਗੀ ਤੂੰ ਆ ਜੀ, ਬਹੁਤ ਅੱਛਾ ਕਰੇਂਗੀ। ਔਰ ਉਹ ਇੰਨੀ ਅੱਛੀ ਮਤਲਬ ਗਿਆ ਸਰ ਨੇ ਤੁਹਾਡਾ ਸੀਨ ਦੇਖਿਆ ਨਾ, ਉਹ ਤੁਸੀਂ ਹਾਂਜੀ ਬਹੁਤ ਅੱਛਾ। ਉਸ ਤੋਂ ਬਾਅਦ ਹਾਂਜੀ ਬੈਕ ਟੂ ਬੈਕ ਕਿੰਨੀਆਂ ਸਾਰੀਆਂ ਮੂਵੀਜ਼ ਆਫਰ ਹੋਣ ਲੱਗੀਆਂ, ਸੌਂਗਸ ਆਫਰ ਹੋਣ ਲੱਗ ਗਏ। ਮਤਲਬ ਆਪਣੇ ਆਪ ਕਿੱਦਾਂ ਬਣ ਗਿਆ ਮੈਨੂੰ ਕੁਝ ਸਮਝ ਨਹੀਂ ਲੱਗਿਆ। ਰੱਬ ਨੇ ਖੁਦ ਬਾਹ ਪਕੜ ਕੇ ਕਿੱਦਾਂ ਮੈਨੂੰ ਅੱਗੇ ਲੈ ਗਏ ਮੈਨੂੰ ਨਹੀਂ ਪਤਾ ਲੱਗਿਆ। ਤੇਰਾ ਰੰਗ ਚੜਿਆ ਸੀਰੀਅਲ ਵਿੱਚ ਵੀ ਤੁਸੀਂ ਪਾਰਟ ਕੀਤਾ ਹੈ ਨਾ। ਹਾਂਜੀ ਹਾਂਜੀ ਉਹਦੇ ਵਿੱਚ ਮੈਂ ਲਵਲੀ ਮਦਰ ਦਾ ਹਾਂਜੀ ਕਰੈਕਟਰ ਕੀਤਾ ਹੈ। ਐਸੇ ਤਰ੍ਹਾਂ ਹੀ ਸੌਂਗਸ ਮੂਵੀਜ਼ ਬੜਾ ਹੀ ਕੁਝ ਲਾਈਫ 'ਚ ਆ ਗਿਆ। ਤੁਸੀਂ ਖਿਆਲ ਰੱਖਿਆ ਕਰ ਨੇਹਾ ਕੱਕੜ ਦਾ ਸੌਂਗ ਹੈ ਨਾ, ਉਹਦੇ ਵਿੱਚ ਵੀ ਪਾਰਟਿਸਿਪੇਟ ਕੀਤਾ ਹਨਾ। ਉਹਦੀ ਦੱਸੋ ਕੋਈ ਇਨਸੀਡੈਂਟਸ ਕੀ ਕਿੱਦਾਂ ਰਿਹਾ ਤੁਹਾਡਾ ਉਹ, ਕਿਵੇਂ ਮੈਂ ਤੁਹਾਨੂੰ ਹੋਇਆ? ਕਹਿ ਰਹੀ ਨਾ ਸੁਮਨ, ਸੱਚੀ ਮੈਂ ਕਹਿ ਰਹੀ ਹਾਂ ਕਿ ਜੋ ਵੀ ਮੈਂ ਬੋਲਿਆ ਨਾ ਪੂਰਾ ਹੋ ਗਿਆ। ਉਹਨਾਂ ਦੀ ਤਾਂ ਵੈਸੇ ਵਿਊਅਰਸ਼ਿਪ ਉਹਨਾਂ ਦੀ ਮਿਲੀਅਨਸ ਹਾਂਜੀ ਵਿੱਚ ਮੈਂ ਹੈਗਾ ਕਪਿਲ ਜੋ ਦੀ ਵੀ ਵੀ ਗੱਲ ਹੈਗਾ। ਕਰ ਰਹੀ ਸੀਗੀ। ਮੈਂ ਟੀਵੀ ਤੇ ਦੇਖਣਾ ਮੈਨੂੰ ਬਹੁਤ ਸ਼ੌਂਕ ਸੀਗਾ ਕਿ ਮੈਂ ਹਮੇਸ਼ਾ ਆਪਣੇ ਹਸਬੈਂਡ ਨੂੰ ਕਹਿਣਾ ਕਿ ਮੇਰੇ ਨਾ ਜ਼ਿਆਦਾ ਵੱਡੇ ਸੁਪਨੇ ਨਹੀਂ ਸੀ ਸੁਮਨ। ਮੈਨੂੰ ਕੋਈ 10 ਰੁਪਏ ਦੀ ਚੀਜ਼ ਲੈ ਦੇ ਨਾ, ਮੈਂ ਇੰਨੀ ਖੁਸ਼ ਕਿ ਮੈਨੂੰ ਬਹੁਤ ਕੁਝ ਮਿਲ ਗਿਆ। ਛੋਟੀ ਛੋਟੀ ਚੀਜ਼ ਵਿੱਚ ਮੈਂ ਖੁਸ਼ ਹੁੰਦੀ ਸੀ। ਮੈਨੂੰ ਨਹੀਂ ਚਾਹੀਦੀਆਂ ਹੁੰਦੀਆਂ ਵੱਡੀਆਂ ਖੁਸ਼ੀਆਂ। ਮੈਂ ਕਿਹਾ ਮੈਨੂੰ ਕੁਝ ਨਹੀਂ ਚਾਹੀਦਾ ਰੱਬਾ, ਲੇਕਿਨ ਰੱਬ ਆਪਣੇ ਆਪ ਦੇ ਰਿਹਾ ਸੀਗਾ ਇੰਨਾ ਕੁਝ। ਏਦਾਂ ਹੀ ਮੈਨੂੰ ਸ਼ੌਂਕ ਹੋਣਾ ਕਿ ਹਾਂ ਮੈਨੂੰ ਕਪਿਲ ਦੇ ਸ਼ੋਅ 'ਚ ਪਲੀਜ਼ ਲੈ ਜਾਓ, ਕੋਈ ਮੁੰਬਈ ਕੋਈ ਵੀ ਹੈਗਾ। ਮੈਂ ਆਪਣੇ ਹਸਬੈਂਡ ਨੂੰ ਬੋਲਦੇ ਰਹਿਣਾ, ਕੋਈ ਫਰੈਂਡ ਹੋਏ ਪਲੀਜ਼ ਪੁੱਛਿਓ ਆਪਾਂ ਕਿੱਦਾਂ ਜਾ ਸਕਦੇ ਹਾਂ। ਐਸੇ ਤਰ੍ਹਾਂ ਹੀ ਮਤਲਬ ਅਚਾਨਕ ਹੀ ਕੋਈ ਨਾ ਕੋਈ ਜ਼ਰੀਆ ਬਣ ਜਾਂਦਾ ਸੀਗਾ। ਤੇ ਅਚਾਨਕ ਉਹਨਾਂ ਦੇ ਬ੍ਰਦਰ ਨਾਲ ਮੇਰੀ ਗੱਲਬਾਤ ਹੋ ਗਈ, ਕਪਿਲ ਸ਼ਰਮਾ ਦੇ ਅਸ਼ੋਕ ਜੀ। ਉਹਨਾਂ ਨੂੰ ਮੈਂ ਕਿਹਾ ਕਿ ਏਦਾਂ ਮੈਂ ਜਾਣਾ। ਉਹ ਕਹਿੰਦੇ ਜਦੋਂ ਮਰਜ਼ੀ ਆ ਜਾਓ ਤੁਸੀਂ। ਉਹੀ ਮੈਨੂੰ ਸ਼ੋਅ 'ਚ ਲੈ ਕੇ ਗਏ। ਅੱਜ ਮੇਰੀ ਗੱਲ ਹੋਈ ਕੱਲ ਅਸੀਂ ਮੁੰਬਈ ਚਲੇ ਗਏ। ਇੰਨਾ ਮਤਲਬ ਰੱਬ ਨੇ ਸਾਥ ਦਿੱਤਾ। ਉੱਥੇ ਗਏ ਤਾਂ ਮੇਰੀ ਇੱਛਾ ਸੀ ਮੈਂ ਸਟੇਜ ਤੇ ਜ਼ਰੂਰ ਆਵਾਂ। ਮੈਂ ਕੋਈ ਗਿਫਟ ਲੈ ਕੇ ਗਈ ਉਹਨਾਂ ਲਈ, ਹਰ ਇੱਕ ਚੀਜ਼। ਉਹ ਬੜਾ ਹੀ ਅੱਛਾ ਐਪੀਸੋਡ ਗਿਆ, ਬਹੁਤ ਅੱਛਾ ਉਹਨਾਂ ਨਾਲ ਐਕਸਪੀਰੀਅੰਸ ਰਿਹਾ। ਫਿਰ ਨੇਹਾ ਕੱਕੜ ਦੀ ਗੱਲ ਕਰਾਂ, ਮੈਂ ਹਮੇਸ਼ਾ ਉਹਨਾਂ ਦੇ ਸੌਂਗਸ ਸੁਣਦੀ ਸੀ ਤਾਂ ਮਨ 'ਚ ਇੱਛਾ ਸੀਗੀ ਕਿ ਹਾਂ ਨੇਹਾ ਨਾਲ ਕਦੀ ਕੋਈ ਕੰਮ ਕਰਨ ਦਾ ਮੌਕਾ ਮਿਲੇ, ਮੈਂ ਮਿਲਣਾ ਚਾਹੁੰਦੀ ਹਾਂ। ਜਦੋਂ ਖਿਆਲ ਰੱਖਿਆ ਸੌਂਗ ਉਹ ਆਪਣੇ ਆਪ ਹੀ ਮੈਨੂੰ ਆਫਰ ਹੋਇਆ ਤਾਂ ਮੈਂ ਹੋਰ ਵੀ ਖੁਸ਼ ਹਾਂ ਕਿ ਵਾਓ ਮੈਨੂੰ ਨੇਹਾ ਨਾਲ ਮਿਲਣ ਦਾ ਮੌਕਾ ਮਿਲ ਰਿਹਾ। ਬਹੁਤ ਅੱਛਾ ਮੂਮੈਂਟ ਸੀਗਾ ਉਹ ਵੀ। ਇੰਨੀ ਡਾਊਨ ਟੂ ਅਰਥ ਲੜਕੀ, ਇੰਨੇ ਅੱਛੇ ਉਹਦੇ ਹਸਬੈਂਡ, ਉਹਨਾਂ ਨਾਲ ਕੰਮ ਕਰਕੇ ਮੈਨੂੰ ਬਹੁਤ ਹੀ ਵਧੀਆ ਲੱਗਿਆ। ਔਰ ਬਹੁਤ ਪਿਆਰਾ ਸੌਂਗ ਹੈ ਉਹ। ਆਈ ਲਾਈਕ ਦੈਟ ਸੌਂਗ, ਬਹੁਤ ਸੋਹਣਾ। ਉਹਨਾਂ ਨੇ ਆਪਣੀ ਮੈਰਿਜ ਤੋਂ ਬਾਅਦ ਸ਼ੂਟ ਕੀਤਾ ਸੀਗਾ ਨਾ। ਹਾਂਜੀ ਉਸ ਤੋਂ ਬਾਅਦ ਹੀ ਸੀਗਾ ਉਹਦਾ ਸ਼ੂਟ। ਤੇ ਬੜਾ ਕੁਝ ਹੁਣ ਮੂਵੀ ਵੀ ਕਰ ਰਹੀ ਹੈ ਨਾ ਤੁਹਾਡੀ, ਨਵੀਂ ਮੂਵੀ ਵੀ ਕੋਈ ਕਰ ਰਹੇ ਹੋ ਨਾ ਤੁਸੀਂ, ਉਹ ਕੀ ਨਾਮ, ਬਾਪੂ ਬਾਹਰ ਭੇਜ ਦੇ ਮੂਵੀ।
ਹਾਂਜੀ, ਇਹ ਜੀ ਸਟੂਡੀਓਜ਼ ਦੀ ਹੈ। ਇਸ ਤੋਂ ਪਹਿਲੇ ਮੈਂ ਜ਼ੀ ਨਾਲ ਸੁਪਰਸਟਾਰ ਨੂੰ ਕੀਤਾ ਇਸੇ ਸਾਲ ਹੀ। ਉਹਨਾਂ ਦਾ ਐਪੀਸੋਡ ਚੱਲ ਰਹੇ ਨੇ, ਤੁਸੀਂ ਸ਼ਾਇਦ ਦੇਖਿਆ ਹੋਏ ਸੁਪਰਸਟਾਰ ਨੂੰ, ਜਿਹਦੇ ਵਿੱਚ ਉਹ ਇੱਕ ਬਹੂ ਹਾਂਜੀ ਹਾਂਜੀ ਦੀ ਹਾਂਜੀ, ਮੈਂ ਕਹਾਣੀ। ਦੇਖਿਆ ਹਾਂਜੀ, ਉਹਦੇ ਵਿੱਚ ਮੈਨੂੰ ਬੁਲਾਇਆ। ਫਿਰ ਪੰਜਾਬੀਆਂ ਦੀ ਦਾਦਾਗਿਰੀ, ਉੱਥੋਂ ਇੱਕ ਜ਼ਰੀਆ ਬਣਿਆ ਕਿ ਉਹਨਾਂ ਨੇ ਮੈਨੂੰ ਮੂਵੀ ਆਫਰ ਕਰਤੀ ਜ਼ੀ ਵਾਲਿਆਂ ਨੇ। ਅੱਛਾ ਜੀ, ਉਹੀ ਨਾ, ਇੱਕ ਜ਼ਰੀਆ ਬੰਦਾ ਗਿਆ। ਜ਼ੀ ਨਾਲ ਮੈਂ ਸੁਪਰਸਟਾਰ ਨੂੰ ਕੀਤਾ, ਜ਼ੀ ਨਾਲ ਹੀ ਮੈਂ ਨਾ ਉਹ ਕੀਤਾ। ਕਿ ਇੱਕ ਚੀਜ਼ ਆਈ, ਦੂਜੀ ਸ਼ੁਰੂ, ਇੱਕ ਦੂਜੀ ਨਾਲ ਸ਼ੁਰੂ ਹੋ ਗਈ, ਦੂਜੀ ਉਹਦੇ ਨਾਲ ਜੁੜੀ ਹੋਈ ਸੀ। ਜੇ ਮੈਂ ਜ਼ੀ ਦਾ ਸੁਪਰਸਟਾਰ ਨੂੰ ਨਹੀਂ ਕਰਦੀ ਤਾਂ ਮੈਂ ਬਾਪੂ ਬਾਹਰ ਭੇਜਦੇ ਮੂਵੀ ਨਹੀਂ ਕਰਦੀ। ਦੇਖੋ ਇਹ ਉਹਨਾਂ ਸਟਾਰਟਿੰਗ ਨਾਲ ਉਹ ਕਿੱਥੋਂ ਕੀਤਾ, ਹੋਈ ਸੀ, ਜਿਹੜਾ ਤੁਸੀਂ ਕੰਟੈਸਟ ਸਟਾਰਟਿੰਗ ਚ ਜਿੱਥੇ ਸਟਾਰਟਿੰਗ ਚ ਟਰਾਈ ਕੀਤਾ ਕੀਤਾ ਸੀ। ਸੀ, ਹਾਂ, ਬੱਚਿਆਂ ਬਿਲਕੁਲ ਨੇ ਕਿਹਾ ਬਿਲਕੁਲ। ਸੀ ਕਿ ਮੰਮਾ ਜਾਓ, ਮੰਮਾ, ਯੂ ਕੈਨ ਬਿਲਕੁਲ ਡੂ ਬਿਲਕੁਲ, ਦੈਟ, ਸ਼ਾਇਦ ਉਹਦੇ ਵਿੱਚ ਕੀ ਸੀਗਾ ਬਟ ਯੂ ਕੁਝ ਕੈਨ ਡੂ ਪਤਾ ਨਹੀਂ। ਦੈਟ, ਹੈ ਨਾ। ਤੁਸੀਂ ਪ੍ਰੂਵ ਕਰਤਾ ਕਿ ਯੂ ਕੈਨ ਐਕਚੁਅਲੀ ਡੂ ਦੈਟ, ਹੈ ਨਾ। ਤੁਸੀਂ ਹੁਣ ਕਾਫੀ ਬਿਲਕੁਲ ਕਰ ਚੁੱਕੇ ਬਿਲਕੁਲ, ਹੋ, ਤਾਂ ਤੁਹਾਨੂੰ ਵੀ ਲੱਗਦਾ ਹੋਊਗਾ ਕਿ ਪਿੱਛੇ ਸੁਪਨਾ ਦੀ ਤਰ੍ਹਾਂ ਲੱਗ ਰਿਹਾ ਹੋਗਾ ਨਾ, ਕਿ ਮੇਰੇ ਸੁਪਨੇ ਸੁਪਨੇ ਦੀ ਤਾਂ ਪੂਰੇ ਤਰ੍ਹਾਂ। ਹੋਏ ਆ, ਹੈ ਨਾ। ਬਿਲਕੁਲ ਸਹੀ ਗੱਲ ਹੈ। ਮੈਂ ਉਹੀ ਕਿਹਾ, ਮੈਂ ਕਰਮਜੀਤ ਸਰ ਨੂੰ, ਮੈਂ ਤੁਹਾਨੂੰ ਦੱਸ ਰਹੀ ਹਾਂ, ਜਸਟ ਇੱਕ ਵਾਰੀ ਏਦਾਂ ਹੀ ਗੱਲ ਕੀਤੀ। ਆਪਾਂ ਹਜ਼ਾਰਾਂ ਐਕਟਰਸ ਨੂੰ ਮਿਲਦੇ ਆ, ਦੇਖੋ, ਹਨਾ, ਬਹੁਤ ਸਾਰੀਆਂ ਇੰਟਰਵਿਊਜ਼ ਕਰਦੇ ਆ, ਬਹੁਤ ਸਾਰੇ ਲੋਕਾਂ ਨੂੰ ਮਿਲਦੇ ਆ, ਬੜੀ ਵਾਰੀ ਕਹਿ ਦਿੰਦੇ ਆ ਵੀ ਸਾਡੇ ਲਈ ਕੋਈ ਕੰਮ ਹੋਇਆ ਤਾਂ ਦੱਸਣਾ। ਕਦੀ ਕੋਈ ਕਾਲ ਨਹੀਂ ਕਰਦਾ। ਮੈਨੂੰ ਇਹ ਹੈਰਾਨੀ ਸੀ ਕਿ ਸਰ ਨੇ ਮੇਰਾ ਨੰਬਰ ਸੇਵ ਕੀਤਾ ਹੋਇਆ, ਔਰ ਸਰ ਨੇ ਮੈਨੂੰ ਸੱਚੀ ਕਾਲ ਕੀਤੀ, ਔਰ ਉੱਥੇ ਜਾ ਕੇ ਮੈਨੂੰ ਇੰਨਾ ਅੱਛਾ ਟਰੀਟ ਕੀਤਾ। ਮਤਲਬ ਸਰ ਨੇ ਮੈਨੂੰ ਕਿਹਾ ਕਿ ਤੂੰ ਇਹ ਨਹੀਂ ਕਹਿਣਾ ਕਿ ਮੈਂ ਫਰੈਸ਼ਰ ਹਾਂ, ਤੈਨੂੰ ਬਹੁਤ ਕੁਛ ਆਉਂਦਾ, ਤੂੰ ਬਹੁਤ ਟੈਲੈਂਟਡ ਹੈ ਔਰ ਤੂੰ ਕਰ ਸਕਦੀ ਹੈ। ਮੈਂ ਵੀ ਆਪਣਾ 100% ਦੇਣ ਦੀ ਕੋਸ਼ਿਸ਼ ਕੀਤੀ। ਔਰ ਉਸ ਤੋਂ ਬਾਅਦ ਸਰ ਦੇ ਨਾਲ ਹੀ ਮੈਂ ਜਿੰਨੇ ਜੰਮੇ ਸਾਰੇ ਨਿਕੰਮੇ ਮੂਵੀ ਕੀਤੀ ਹੈ। ਹੁਣ ਮੈਂ ਇੱਕ ਹੋਰ ਬੜੀ ਅੱਛੀ ਗਿੱਪੀ ਗਰੇਵਾਲ ਦੀ ਮੂਵੀ ਹੈ ਜਿਹੜੀ ਉਹ ਸਾਈਨ ਕੀਤੀ ਹੈ, ਕਰਮਜੀਤ ਅਨਮੋਲ ਜੀ ਦੇ ਨਾਲ ਹੀ, ਹਨੀਮੂਨ ਸਾਰਿਆਂ ਦਾ। ਔਰ ਬਵੇਜਾ ਮੂਵੀਜ਼ ਦੀ ਮੂਵੀ ਹੈ ਜਿਹੜੀ ਕਿ ਇੰਗਲੈਂਡ ਹੀ ਸ਼ੂਟ ਹੋਣ ਵਾਲੀ ਹੈ। ਓ ਦੈਟਸ ਨਾਈਸ। ਜਲਦੀ ਹੀ ਉਹਦੀ ਸ਼ੂਟਿੰਗ ਤੇ ਮੈਂ ਜਾ ਰਹੀ ਹਾਂ। ਹਾਂਜੀ, ਕੈਨੇਡਾ ਦਾ ਵੀ ਗੇੜਾ ਲਾਇਓ, ਫਿਰ ਇੱਥੇ ਵੀ ਜ਼ਰੂਰ ਮਿਲਦੇ ਆ ਤੁਹਾਨੂੰ। ਜ਼ਰੂਰ ਜ਼ਰੂਰ ਜ਼ਰੂਰ, ਤੁਸੀਂ ਬੁਲਾਇਓ, ਉੱਥੇ ਅਸੀਂ ਆਉਂਗੀ ਜ਼ਰੂਰ ਤਾਂ ਜ਼ਰੂਰ, ਹੈ ਨਾ। ਜ਼ਰੂਰ ਸੋ ਜ਼ਰੂਰ। ਬਹੁਤ ਚੰਗਾ ਲੱਗਿਆ ਤੁਹਾਡੀ ਸਾਰੀ ਸਟੋਰੀ ਸੁਣ ਕੇ। ਬਹੁਤ ਛੋਟੇ ਟਾਈਮ 'ਚ ਇੰਨਾ ਕੁਝ ਕੀਤਾ ਤੁਸੀਂ। ਬਿਲਕੁਲ ਜਾਂਦੇ ਜਾਂਦੇ ਮੈਂ ਚਾਹੁੰਦੀ ਸੀ ਕਿ ਸਾਰੀਆਂ ਲੇਡੀਜ਼ ਜਿਹੜੀਆਂ ਵੀ ਸਾਡਾ ਪ੍ਰੋਗਰਾਮ ਅੰਬਰਾਂ ਦੀ ਉਡਾਰੀ ਦੇਖ ਰਹੀਆਂ, ਤਾਂ ਉਹ ਆਪਣੀ ਆਪਣੀ ਉਡਾਰੀ ਭਰਨ। ਇਹਦੇ ਵਾਸਤੇ ਉਹਨਾਂ ਨੂੰ ਇੰਸਪਾਇਰ ਕਰਨਾ ਆਪਾਂ ਨੇ, ਹੈ ਨਾ। ਤਾਂ ਕੁਝ ਇੰਸਪੀਰੇਸ਼ਨਲ ਬਿਲਕੁਲ। ਵਰਡਸ ਦੇ ਦਿਓ ਕੁਝ। ਦੇਖੋ, ਸੁਪਨੇ ਸਾਰਿਆਂ ਦੇ ਹੁੰਦੇ ਆ, ਹਨਾ। ਕੋਈ ਵੀ ਕੁੜੀ ਹੋਵੇ, ਕੋਈ ਲੇਡੀ ਹੋਏ, ਕੋਈ ਵੀ ਬੱਚਾ ਹੋਏ, ਸਾਨੂੰ ਹਾਰ ਮੰਨ ਕੇ ਪਿੱਛੇ ਕਦੀ ਨਹੀਂ ਬੈਠਣਾ ਚਾਹੀਦਾ। ਦੇਖੋ, ਇੱਕ ਲੇਡੀ ਹੈ, ਉਹਦੇ ਬੜੇ ਸਾਰੇ ਸੁਪਨੇ ਹੁੰਦੇ ਨੇ, ਬਟ ਮੈਂ ਕਹਿੰਦੀ ਹਾਂ ਜੇਕਰ ਉਹ ਆਪਣੇ ਪਰਿਵਾਰ ਲਈ ਕੁਝ ਕਰ ਸਕਦੀ ਹੈ, ਆਪਣੇ ਹਸਬੈਂਡ ਲਈ ਇੰਨੀਆਂ ਸਾਰੀਆਂ ਜ਼ਿੰਮੇਵਾਰੀਆਂ ਨਿਭਾਉਂਦੀ ਹੈ, ਕਿਆ ਉਹ ਆਪਣੇ ਲਈ ਕੁਝ ਨਹੀਂ ਕਰ ਸਕਦੀ? ਕਿਆ ਉਹਨੂੰ ਇੰਨਾ ਹੱਕ ਨਹੀਂ ਹੈਗਾ ਕਿ ਉਹ ਆਪਣੇ ਲਈ ਕੁਝ ਕਰੇ? ਬਿਲਕੁਲ। ਸੋ ਹਮੇਸ਼ਾ ਆਪਣੇ ਸੁਪਨਿਆਂ ਨੂੰ ਜ਼ਰੂਰ ਪੂਰਾ ਕਰਨਾ ਚਾਹੀਦਾ ਹੈ। ਜੇਕਰ ਤੁਹਾਡੇ ਵਿੱਚ ਇੱਕ ਨਵੇਂ ਜੀਵ ਨੂੰ ਜਨਮ ਦੇਣ ਦੀ क्षमता ਹੈ ਨਾ, ਤਾਂ ਇਹਦਾ ਮਤਲਬ ਤੁਸੀਂ ਕੁਝ ਵੀ ਕਰ ਸਕਦੇ ਹੋ। ਹਾਰ ਨਹੀਂ ਮੰਨੋ ਬਸ। ਬੜੇ ਸਾਰੇ ਮੋੜ ਐਸੇ ਆਉਂਦੇ ਆ ਜਦੋਂ ਮੈਂ ਵੀ ਕਹਿੰਦੀ ਸੀ ਮੈਂ ਹਾਰ ਗਈ ਹਾਂ, ਬਸ ਮਰ ਜਾਵਾਂ, ਕੁਝ ਹੋਰ ਨਹੀਂ, ਜਾਂ ਸੁਸਾਈਡ ਹੀ ਕਰ ਲਵਾਂ, ਬਸ ਮਰ ਜਾਵਾਂ, ਇਸ ਤੋਂ ਇਲਾਵਾ ਕੁਝ ਨਹੀਂ ਹੈ ਲਾਈਫ 'ਚ। ਬਟ ਨਹੀਂ, ਸ਼ਾਇਦ ਰੱਬ ਨੇ ਮੈਨੂੰ ਇਹ ਦਿਨ ਦਿਖਾਣੇ ਸੀਗੇ, ਇਸੇ ਲਈ ਮੈਨੂੰ ਰੱਖਿਆ। ਮੇਰੇ ਪਾਪਾ ਦੀਆਂ ਬਲੇਸਿੰਗਸ, ਮੇਰੇ ਮੰਮਾ ਦੀਆਂ ਬਲੇਸਿੰਗਸ ਮੇਰੇ ਨਾਲ ਸੀਗੀਆਂ, ਤੇ ਜਿਨ੍ਹਾਂ ਨੇ ਮੈਨੂੰ ਕੁਝ ਵੀ ਗਲਤ ਨਹੀਂ ਕਰਨ ਦਿੱਤਾ, ਔਰ ਇੰਨਾ ਅੱਛਾ ਅੱਛਾ ਮੇਰੇ ਲਈ ਪਿਆ ਸੀਗਾ, ਨਹੀਂ ਤਾਂ ਉਹ ਮਿਲਣਾ ਨਹੀਂ ਸੀ ਮੈਨੂੰ। ਸੋ ਆਪਣੇ ਸੁਪਨਿਆਂ ਨੂੰ ਹਮੇਸ਼ਾ ਪੂਰਾ ਕਰਨ ਲਈ ਜ਼ੋਰ ਲਗਾਓ, ਔਰ ਵਾਹਿਗੁਰੂ ਜ਼ਰੂਰ ਸਾਥ ਦਿੰਦਾ ਹੈ, ਬਿਲਕੁਲ ਸਾਥ ਦਿੰਦਾ। ਜੇ ਮੇਰਾ ਦਿੱਤਾ ਤਾਂ ਸਭ ਦਾ ਦਿੰਦਾ। ਉਹ ਹਮੇਸ਼ਾ ਸਾਡੇ ਨਾਲ ਹੁੰਦਾ ਹੈ, ਸਿਰਫ ਅਸੀਂ ਪਹਿਚਾਨ ਨਹੀਂ ਪਾਉਂਦੇ ਉਹਨੂੰ। ਸੋ ਆਪਣੇ ਸੁਪਨੇ ਜ਼ਰੂਰ ਪੂਰੇ ਕਰੋ, ਸਾਨੂੰ ਹੱਕ ਹੈ ਪੂਰੇ ਕਰਨ ਦਾ। ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਾਂ ਕਰਕੇ। ਮੈਂ ਤਾਂ ਖੁਦ ਇੰਸਪਾਇਰ ਹੋਈ ਹਾਂ ਤੁਹਾਡੀ ਸਟੋਰੀ ਤੋਂ ਬਹੁਤ। ਮੈਂ ਤੁਹਾਡੀ ਥੈਂਕ ਯੂ। ਇੰਟਰਵਿਊਜ਼ ਵੀ ਦੇਖੀਆਂ ਸੀ, ਇੰਨੇ ਸਾਰੇ ਅਵਾਰਡਸ ਵਿਨ ਕੀਤੇ, ਇੰਨੇ ਸਾਰੇ ਕੰਟੈਸਟ ਦੇ ਜੱਜਸ ਬਣੇ। ਸੋ ਡੂਇੰਗ ਮੂਵੀਜ਼, ਸੀਰੀਅਲਸ ਕਰ ਰਹੇ ਹੋ, ਸੌਂਗ ਕੀਤੇ ਆ, ਸੋ ਸਭ ਤੋਂ ਵੱਡੀ ਗੱਲ ਇਹ ਕਿ ਬੱਚੇ ਵੀ ਪਾਲ ਰਹੇ ਹੋ ਨਾਲ ਨਾ। ਬਿਲਕੁਲ ਜੀ, ਬਿਲਕੁਲ। ਹੈ ਨਾ, ਸਾਡਾ ਮੇਰੇ ਸਭ ਕੋਲ ਤੋਂ ਵੱਡਾ ਬੇਟੇ, ਕੰਮ ਤਾਂ ਮੈਨੂੰ ਲੱਗਦਾ ਉਹੀ ਹੁੰਦਾ ਵੈਸੇ, ਹੈ ਨਾ। ਅਸੀਂ ਲੇਡੀਜ਼ ਬਿਲਕੁਲ ਘਰ ਵੀ ਦੇਖਦੀਆਂ ਹਾਂ ਤੇ ਬਾਹਰ ਵੀ ਕੰਮ ਕਰ ਰਹੀਆਂ। ਸੋ ਬਾਹਰ ਵੀ ਵੀ ਆਰ ਦੇਖਦੇ ਮੋਸਟ ਪਾਵਰਫੁਲ ਹਾਂ। ਵੂਮਨ, ਹੈ ਬਿਲਕੁਲ ਨਾ। ਸਹੀ, ਅਸੀਂ ਸਾਰੀ ਬਹੁਤ ਸ਼ਕਤੀ ਰੱਬ ਨੇ ਸਾਨੂੰ ਦਿੱਤੀ ਹੈ। ਸਾਨੂੰ ਬਿਲਕੁਲ ਸਹੀ ਕਿਹਾ। ਥੈਂਕ ਯੂ। ਥੈਂਕਸ ਟੂ ਯੂ, ਮੈਨੂੰ ਆਪਣੇ ਪ੍ਰੋਗਰਾਮ ਅੰਬਰਾਂ ਦੀ ਉਡਾਰੀ ਵਿੱਚ ਬੁਲਾਉਣ ਲਈ ਬਹੁਤ ਹੀ ਵਧੀਆ ਲੱਗਿਆ, ਔਰ ਮੈਂ ਐਕਸਾਈਟਿਡ ਸੀ ਸਵੇਰ ਦੀ ਕਿ ਹਾਂ, ਤੁਹਾਡੇ ਤਾਂ ਉੱਥੇ ਰਾਤ ਸੀਗੀ ਨਾ, ਤੁਸੀਂ ਤਾਂ ਸੋ ਗਏ। ਮੈਨੂੰ ਬਹੁਤ ਹਾਂ ਸਹੀ ਗੱਲ ਆ, ਐਕਸਾਈਟਮੈਂਟ ਆਪਣੇ ਸੀ। ਟਾਈਮ ਦਾ ਵੀ ਹੈਗਾ ਨਾ ਕਿ ਹੁਣ ਤੁਹਾਡੇ ਨਾਈਟ ਆ ਤੇ ਸਾਡੇ ਮਾਰਨਿੰਗ ਆ। ਸੋ ਮਾਰਨਿੰਗ ਹੈ, ਹਾਂਜੀ। ਬਹੁਤ ਸੋਹਣਾ ਲੱਗਿਆ। ਤੁਸੀਂ ਬੜਾ ਸੋਹਣਾ, ਪਿੱਛੇ ਤੁਹਾਡੇ ਅਵਾਰਡਸ ਵੀ ਸਾਨੂੰ ਦਿਖ ਰਹੇ ਆ, ਸੋ ਇੰਨੇ ਅਵਾਰਡਸ ਲਿੱਤੇ, ਹਾਂਜੀ, ਇਹ ਤੇ ਸਭ ਮੈਂ ਅੰਬਰਾਂ ਬਹੁਤ ਦੀ ਮਿਹਨਤ ਉਡਾਰੀ ਨਾਲ। ਸ਼ੋਅ ਦੇ ਵਿੱਚ ਆਏ ਹੋ, ਅੱਜ ਸਾਡੇ ਨਾਲ ਗੱਲਾਂ ਕੀਤੀਆਂ, ਤੇ ਮੈਂ ਉਮੀਦ ਕਰਾਂਗੀ ਅੱਗੇ ਵੀ ਆਵਾਂਗੇ ਆਪਾਂ, ਤੇ ਅੱਗੇ ਵੀ ਗੱਲਾਂ ਕਰਾਂਗੇ, ਤੇ ਤੁਸੀਂ ਥੋੜਾ ਹੋਰ ਆਪਣੀਆਂ ਉਡਾਰੀਆਂ ਭਰਦੇ ਰਹੋ, ਤੇ ਬਿਲਕੁਲ, ਇੱਕ ਉਡਾਨ ਦੀ ਗੱਲ ਕਰਾਂਗੇ ਆਪਾਂ, ਤੇ ਲੋਕਾਂ ਨੂੰ ਇੰਸਪਾਇਰ ਕਰਾਂਗੇ। ਥੈਂਕ ਯੂ ਵੈਰੀ ਮਚ। ਸਤਿ ਸ਼੍ਰੀ ਅਕਾਲ। ਥੈਂਕਸ ਟੂ ਯੂ।
ਸੋ ਅੰਬਰਾਂ ਦੀ ਉਡਾਰੀ ਵਿੱਚ ਜੋਤੀ ਅਰੋੜਾ ਜੀ ਨਾਲ ਅੱਜ ਮੇਰੀ ਗੱਲਬਾਤ ਹੋਈ ਤੇ ਬੜਾ ਵਧੀਆ ਲੱਗਿਆ ਉਹਨਾਂ ਦੀ ਸਟੋਰੀ ਸੁਣ ਕੇ, ਤੇ ਕਾਫੀ ਵਧੀਆ ਉਹਨਾਂ ਨੇ ਆਪਣੀਆਂ ਇੰਸਪੀਰੇਸ਼ਨਲ ਵਰਡਸ ਵੀ ਸਾਨੂੰ ਦਿੱਤੇ ਸਾਰੀਆਂ ਲੇਡੀਜ਼ ਨੂੰ। ਜੋ ਕੁਝ ਉਹ ਕਹਿਣਾ ਚਾਹੁੰਦੇ ਸੀ, ਉਹਨਾਂ ਦੀ ਸਟੋਰੀ ਦੱਸਦੀ ਹੈ ਕਿ ਸਾਨੂੰ ਸਾਰਿਆਂ ਨੂੰ ਆਪਣਾ ਪੈਰ ਜਮਾ ਕੇ ਰੱਖਣਾ ਚਾਹੀਦਾ, ਆਪਣਾ ਕੰਮ ਕਰਨਾ ਕਦੀ ਵੀ ਛੱਡਣਾ ਨਹੀਂ ਚਾਹੀਦਾ, ਤੇ ਜ਼ਿੰਦਗੀ ਇਸੇ ਤਰ੍ਹਾਂ ਚੱਲਦੀ ਰਹਿੰਦੀ ਹੈ, ਤੇ ਜਿੱਦਾਂ ਜਿੱਦਾਂ ਆਉਂਦੀ ਆ ਉਦੋਂ ਉਹਨੂੰ ਲੈਂਦੇ ਜਾਓ। ਤੇ ਬੀਇੰਗ ਮਦਰ, ਬੀਇੰਗ ਵਾਈਫ ਐਂਡ ਬੀਇੰਗ ਵੂਮਨ, ਵੀ ਕੈਨ ਡੂ ਐਨੀਥਿੰਗ ਐਂਡ ਐਵਰੀਥਿੰਗ। ਦੈਟਸ ਆਲ। ਸੋ ਅੱਜ ਲਈ ਇੰਨਾ ਹੀ, ਅਗਲੀ ਵਾਰ ਮਿਲਦੇ ਆ ਨਵੇਂ ਗੈਸਟ ਦੇ ਨਾਲ, ਤੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ।